ਨਵੀਆਂ ਅਪਰੂਵਡ ਕਲੋਨੀਆਂ ਕੱਟਣ ਵਿੱਚ ਆਉਂਦੀਆਂ ਮੁਸ਼ਕਲਾਂ ਅਤੇ ਸੁਝਾਅ ਕਿ ਅੱਜ ਜੇ ਕਿਸੇ ਨੇ ਕਲੋਨੀ ਪਾਸ ਕਰਾਣੀ ਹੈ ਉਹਨੂੰ ਕੀ ਮੁਸ਼ਕਲਾਂ ਆਉਂਦੀਆਂ ਨੇ, ਇਹ ਅਸੀਂ A ਪੁਆਇੰਟ ਤੋਂ ਸ਼ੁਰੂ ਕੀਤੀ ਸੀ ਤੇ A B C D E F G ਕਰਦੇ ਕਰਦੇ ਇਹਦੇ ਲਗਭਗ ਮੈਨੂੰ ਲੱਗਦਾ Z ਤੱਕ ਹੀ ਨਾ ਪਹੁੰਚ ਜਾਂਦੇ, U ਤੇ ਖਤਮ ਹੋ ਜਾਣਾ ਸੀ। ਜਦੋਂ ਪਾਲਿਸੀ ਬਣਦੀ ਹੈ, ਬਣਾਈ ਮੈਂ ਇੱਕ ਅਫਸਰ ਹਾਂ, ਲਾਗੂ ਤੁਸੀਂ ਕਰਨੀ ਹੈ, ਤੁਸੀਂ ਦੂਜੇ ਅਫਸਰ ਹੋ। ਉਹਦੇ 'ਚ ਲਿਖਿਆ ਸੀ ਰੋਕੋ ਮਤ ਜਾਣੇ ਦਿਓ। ਹੁਣ ਤੁਹਾਡੇ ਕੋਲ ਆ ਗਿਆ, ਤੁਸੀਂ ਕਿਹਾ ਇਹਦੇ 'ਚ ਤਾਂ ਲਿਖਿਆ ਰੋਕੋ ਮਤ ਜਾਣੇ ਦਿਓ, ਮੈਂ ਕਹਿੰਦਾ ਨਹੀਂ ਜੀ ਇਹ ਤਾਂ ਲਿਖਿਆ ਰੋਕੋ ਮਤ ਜਾਣੇ ਦਿਓ। ਹੁਣ ਉਹਨੂੰ ਫਾਈਨਲ ਕਰਨ ਦੀ ਅਥਾਰਟੀ ਕਿਤੇ ਕੋਲ ਹੈ, ਉਹ ਅਫਸਰ ਕੋਲ ਹੈ। ਇੱਕ ਕੋਲੋਨਾਈਜ਼ਰ ਕਿਸੇ ਜ਼ਿਮੀਂਦਾਰ ਨੂੰ ਕਹਿ ਸਕਦਾ ਜਾ ਕੇ ਵੀ ਤੂੰ ਇੱਥੇ ਕੁਛ ਨਾ ਬਣਾ। ਇਹ 6% ਸਟਾਂਪ ਡਿਊਟੀ ਤੇ 11% NOC ਦਾ ਖਰਚਾ, 17% ਰੈਵਨਿਊ ਸਰਕਾਰ ਦੇ ਪੱਖ ਤੋਂ ਦੇਖਾਂ ਤੇ ਸਰਕਾਰ ਨੂੰ ਆ ਸਕਦਾ। ਸਰਕਾਰ ਲੈਣਾ ਨਹੀਂ ਚਾਹੁੰਦੀ। ਕਲੋਨੀਆਂ ਬੰਦ ਨੇ, ਰਜਿਸਟਰੀਆਂ ਬੰਦ ਨੇ, NOC ਸਰਕਾਰ ਕਿਉਂ ਨਹੀਂ ਦੇ ਰਹੀ? ਸਰਕਾਰ ਦੀਆਂ ਨੀਤੀਆਂ ਹਰ ਤਰੀਕੇ ਨਾਲ ਫੇਲ ਰਹੀਆਂ ਨੇ। ਸਰਕਾਰ ਭਾਵੇਂ ਕੋਈ ਵੀ ਰਹੀ ਹੈ, ਸਰਕਾਰਾਂ ਨਹੀਂ ਸੁੱਤੀਆਂ ਹੋਈਆਂ, ਲੋਕ ਸੁੱਤੇ ਹੋਏ ਆ। ਅੱਜ ਜੇ ਆਟੇ ਤੇ ਵੀ GST ਲੱਗ ਜਾਂਦਾ, ਕੋਈ ਬੋਲਦਾ? ਕੋਈ ਨਹੀਂ ਬੋਲਦਾ। ਫਿਰ ਉਹ ਥੋੜੀ ਸੁੱਤੇ ਹੋਏ ਨੇ, ਆਪਾਂ ਲੋਕ ਸੋ ਗਏ। ਅਫਸਰ ਸਾਥ ਦਿੰਦੇ ਨੇ ਕਿ ਨਹੀਂ ਦਿੰਦੇ? ਹਰਿਆਣਾ ਸਿਟੀ ਸੈਂਟਰ ਆਇਆ, ਬਹੁਤ ਵਧੀਆ ਪ੍ਰੋਜੈਕਟ ਸੀ। ਹੁਣ ਕੀ ਹੋਇਆ ਜਾਂ ਕੀ ਨਹੀਂ ਹੋਇਆ? ਕੈਪਟਨ ਨੇ ਬਣਾਇਆ ਸੀ, ਅਕਾਲੀਆਂ ਨੇ ਆ ਕੇ ਰੋਲਤਾ। ਕੈਪਟਨ ਨੂੰ ਕੀ ਫਰਕ ਪਿਆ? ਫਰਕ ਪਿਆ ਉਹਨਾਂ ਇਨਵੈਸਟਰਾਂ ਨੂੰ ਜਿਨ੍ਹਾਂ ਨੇ ਉੱਥੇ ਪੈਸੇ ਲਾਏ। ਮੈਂ ਦੱਸਾਂਗਾ ਸਰਕਾਰ ਨੂੰ ਕਿ ਸਾਡਾ ਜਿਹੜਾ ਵਰਗ ਹੈ ਇਹ ਤੁਹਾਨੂੰ ਦੇਣ ਵਾਸਤੇ ਗੱਲਾਂ ਕਰ ਰਿਹਾ, ਇਹ ਤੁਹਾਡੇ ਤੋਂ ਲੈਣ ਵਾਸਤੇ ਮੰਗਣ ਦੀਆਂ ਗੱਲਾਂ ਨਹੀਂ। नमस्कार दोस्तों, मैं ਤੁਹਾਡਾ ਮਾਨਵਰ ਸੰਦੀਪ। ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਦਾ ਫੋਲ TV। ਮੇਰੇ ਨਾਲ ਲੁਧਿਆਣੇ ਤੋਂ ਮੇਰੇ ਬੜੇ ਅੱਛੇ ਦੋਸਤ ਗੁਰਿੰਦਰ ਸਿੰਘ ਲਾਂਬਾ ਜੀ, ਪੰਜਾਬ ਕਲੋਨਾਈਜ਼ਰ ਐਸੋਸੀਏਸ਼ਨ ਦੇ ਪ੍ਰਧਾਨ ਨੇ। ਲਾਂਬਾ ਸਾਹਿਬ ਬਹੁਤ ਬਹੁਤ ਵੈਲਕਮ ਹੈ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੋਸਤੋ, ਘਰ ਬਣਾਉਣਾ ਹਰ ਕਿਸੇ ਦਾ ਸੁਪਨਾ ਹੁੰਦਾ। ਅੱਜ ਲਾਂਬਾ ਸਾਹਿਬ ਨੂੰ ਵੀ ਮੇਰਾ ਬੁਲਾਉਣ ਦਾ ਇੱਕ ਬੜਾ ਵੱਡਾ ਕਾਰਨ ਰਿਹਾ। ਪੰਜਾਬ ਸਰਕਾਰ ਜਦੋਂ ਦੀ ਇਹ ਬਣੀ ਹੈ, ਆਮ ਆਦਮੀ ਪਾਰਟੀ ਦੀ, ਬਹੁਤ ਨਵੇਂ ਐਕਸਪੈਰੀਮੈਂਟ ਕਰ ਰਹੀ ਹੈ। ਕਦੀ ਕਿਸੇ ਨੂੰ ਗੱਦੇ 'ਤੇ ਲਟਾ ਰਹੀ ਹੈ, ਕਦੀ ਕਿਸੇ ਨੂੰ ਉਠਾ ਰਹੀ ਹੈ। ਕੋਈ ਛੱਡ ਕੇ ਜਾ ਰਿਹਾ ਹੈ, ਕੋਈ ਨਵਾਂ ਬੰਦਾ ਆ ਰਿਹਾ। ਪਰ ਚਲੋ ਅੱਛੀ ਗੱਲ ਹੈ, ਬਦਲਾਵ ਹੋ ਰਿਹਾ ਹੈ। ਪਰ ਬਦਲਾਵ ਦੇ ਵਿੱਚ ਆਪਾਂ ਕਿਤੇ ਭੁੱਲ ਗਏ ਹਾਂ ਕਿ ਜਿਹੜਾ ਆਮ ਆਦਮੀ ਪਾਰਟੀ ਨਾਲ ਜੁੜਿਆ ਆਮ ਆਦਮੀ ਹੈ, ਉਹਨੇ ਘਰ ਵੀ ਬਣਾਉਣਾ ਹੈ। NOCਆਂ ਬੰਦ ਨੇ, ਰਜਿਸਟਰੀਆਂ ਬੰਦ ਨੇ, ਬਹੁਤ ਸਾਰੀ ਸਮੱਸਿਆਵਾਂ ਨੇ। ਅੱਜ ਤੋਂ 10-15 ਸਾਲ ਪਹਿਲੇ ਜਿਹੜਾ ਬੰਦਾ 10 ਮਰਲੇ ਦਾ ਘਰ ਬਣਾਉਣਾ ਚਾਹੁੰਦਾ ਸੀ, ਅੱਜ ਉਹ 4 ਮਰਲੇ ਦਾ ਘਰ ਬਣਾਉਣਾ ਚਾਹੁੰਦਾ ਹੈ। ਲਾਂਬਾ ਸਾਹਿਬ ਮੈਂ ਠੀਕ ਕਹਿ ਰਿਹਾ? ਬਿਲਕੁਲ ਠੀਕ ਹੈ ਜੀ। ਮਹਿੰਗਾਈ ਦੀ ਹੱਦ ਵੀ ਆ ਗਈ ਹੈ। ਇਹਦੇ ਲਈ ਇਕੱਲੀਆਂ ਸਾਡੀਆਂ ਸਰਕਾਰਾਂ ਨਹੀਂ, ਗਲੋਬਲੀ ਹਰ ਚੀਜ਼ ਦੀ ਮਹਿੰਗਾਈ ਹੋ ਰਹੀ ਹੈ ਔਰ ਆਮਦਨ ਦੇ ਸਰੋਤ ਜਿਹੜੇ ਨੇ ਹਰ ਇੱਕ ਦੇ ਘਟ ਰਹੇ ਨੇ। ਤੇ ਉਹਦੇ ਵਿੱਚ ਬਸ ਇਹੀ ਹੋ ਗਿਆ ਕਿ ਮੇਰਾ ਘਰ ਬਣ ਜਾਏ। ਉਹਦੇ ਵਿੱਚ ਹੁਣ ਕਿੰਨਾ ਬਣਨਾ ਹੈ, ਇਹ ਉਹਦਾ ਕੋਈ ਸੁਪਨਾ ਨਹੀਂ ਰਹਿ ਗਿਆ। ਔਰ ਜਿੰਨੀਆਂ ਵੀ ਆਪਣੀਆਂ ਹੁਣ ਤੱਕ ਸਰਕਾਰਾਂ ਰਹੀਆਂ ਨੇ, ਜੋ ਆਪਾਂ ਪਿਛਲੇ 60-70 ਸਾਲ ਦੀ ਗੱਲ ਕਰਦੇ ਹਾਂ, ਤਾਂ ਕਿਉਂਕਿ ਆਜ਼ਾਦੀ ਤੋਂ ਬਾਅਦ ਹਲੇ ਬੜਾ ਕੁਛ ਸੀ ਦੇਸ਼ ਦੇ ਵਿੱਚ ਬਣਨ ਵਾਸਤੇ, ਬੜੀਆਂ ਸਮੱਸਿਆਵਾਂ ਸੀਗੀਆਂ। ਤਾਂ ਇੰਨੀਆਂ ਸਾਰੀਆਂ ਸਮੱਸਿਆਵਾਂ ਦੇ ਵਿੱਚ ਜਿਹੜਾ ਇਹ ਮੁੱਦਾ ਸੀ ਰਿਹਾਇਸ਼ ਰੋਜ਼ ਦਾ, ਇਹਨੂੰ ਕੋਈ ਸ਼ੁਰੂ ਤੋਂ ਕੋਈ ਤਵੱਜੋ ਨਹੀਂ ਦਿੱਤੀ ਗਈ। ਤੇ ਜਿਵੇਂ ਅੱਜ ਹਰ ਬੰਦਾ ਜਦੋਂ ਚੰਡੀਗੜ੍ਹ ਮੋਹਾਲੀ ਜਾਂਦਾ ਤਾਂ ਉਹਦਾ ਦਿਲ ਕਰਦਾ ਵੀ ਮੈਂ ਵੀ ਇੱਥੇ ਰਹਿਣ ਲੱਗ ਜਾ। ਉਹ ਇਸ ਕਰਕੇ ਪੋਸੀਬਲ ਹੋਇਆ ਕਿ ਉਹ ਪਲੈਨਡ ਸਿਟੀ ਸੀ, ਔਰ ਉਹ ਪਲੈਨਡ ਸਿਟੀ ਵਿੱਚ ਵੀ ਲੋਕ ਪਹਿਲਾਂ ਰਹਿਣਾ ਨਹੀਂ ਸੀ ਚਾਹੁੰਦੇ। ਸਰਕਾਰ ਨੇ ਉਸ ਵੇਲੇ ਜਿੰਨੇ ਸਰਕਾਰੀ ਮੁਲਾਜ਼ਮ ਸੀ ਉਹਨਾਂ ਦੀਆਂ ਤਨਖਾਹਾਂ ਕੱਟ ਕੇ ਤੇ ਧੱਕੇ ਨਾਲ ਉਹਨਾਂ ਨੂੰ ਪਲਾਟ ਅਲਾਟ ਕੀਤੇ ਸੀ ਤੇ ਤਾਂ ਜਾ ਕੇ ਉਹ ਸ਼ਹਿਰ ਵਸੇ। ਮਤਲਬ ਸਾਰੀ ਸੁਵਿਧਾਵਾਂ ਦੇਣ ਦੇ ਬਾਵਜੂਦ ਵੀ ਕਿਸੇ ਸ਼ਹਿਰ ਨੂੰ ਵਸਾਉਣਾ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕੰਮ ਹੁੰਦਾ ਹੈ, ਜਿਹੜਾ ਕਿ ਮੈਂ ਸਮਝਦਾ ਕਿ ਕੋਲੋਨਾਈਜ਼ਰ ਵਰਗ ਨੇ ਕੀਤਾ ਹੈ। ਕੋਲੋਨਾਈਜ਼ਰ ਜਿਹੜੀ ਕਲੋਨੀ 'ਚ ਵੜ ਜਾਂਦਾ ਹੈ ਜਾਂ ਬਿਲਡਰ ਜਿਹੜੀ ਕਲੋਨੀ ਚਲਾ ਜਾਂਦਾ, ਕਲੋਨੀ ਵਸਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਉਹ ਬਹੁਤ ਤਰ੍ਹਾਂ ਨਾਲ ਸੋਚ ਕੇ ਸਮਝ ਕੇ ਡਿਫਰੈਂਟ ਤਰੀਕੇ ਦੇ ਘਰ ਬਣਾਉਂਦਾ ਹੈ, ਸੋਹਣੇ ਘਰ ਬਣਾਉਂਦਾ ਹੈ, ਨਵੀਆਂ ਚੀਜ਼ਾਂ ਲੈ ਕੇ ਆਉਂਦਾ ਤੇ ਘਰ ਵੇਚਦਾ ਹੈ। ਅੱਜ ਕੀ ਸਮੱਸਿਆ ਆ ਗਈ ਕਿ ਕਲੋਨੀਆਂ ਬੰਦ ਨੇ, ਰਜਿਸਟਰੀਆਂ ਬੰਦ ਨੇ, NOC ਸਰਕਾਰ ਕਿਉਂ ਨਹੀਂ ਦੇ ਰਹੀ? ਦੇਖੋ, ਇਹ ਜਿਹੜੀ ਸਮੱਸਿਆ ਹੈ ਅੱਜ ਨਹੀਂ ਆਈ ਹੋਈ, ਅੱਜ ਤਾਂ ਬਲਕਿ ਇਹ ਉਸ ਮੋੜ ਤੇ ਆ ਗਈ ਹੈ ਕਿ ਜਿੱਥੇ ਇਹ ਨਾਸੂਰ ਬਣ ਗਈ ਹੈ, ਸਰਕਾਰ ਵਾਸਤੇ ਵੀ ਔਰ ਸਾਡੇ ਲੋਕਾਂ ਵਾਸਤੇ ਵੀ। ਜਦੋਂ ਦੇਖੋ 2013 ਦੇ ਵਿੱਚ ਪਹਿਲੀ ਰੈਗੂਲਾਈਜੇਸ਼ਨ ਪਾਲਿਸੀ NOC ਵਾਲੀ ਪਾਲਿਸੀ ਸਾਡੇ ਨਾਲ ਬਹਿ ਕੇ ਉਹ ਬਣੀ ਸੀ,
ਉਦੋਂ ਹੀ ਦੇਖੋ ਇਹ ਪਾਲਿਸੀ ਦੀ ਲੋੜ ਕਿਉਂ ਪਈ। ਲੋੜ ਤਾਂ ਪਈ ਕਿ ਜਿੱਥੇ ਤੇ ਆਪਾਂ ਪਾਪੜਾ ਐਕਟ 1995 ਦੀ ਗੱਲ ਕਰਦੇ ਹਾਂ, ਜਿਹੜਾ ਆਪਣੇ ਆਪ 'ਚ ਦੱਸਦਾ ਵੀ ਕੋਈ ਐਕਟ ਹੈਗਾ ਜਿਹੜਾ 1995 'ਚ ਲਾਗੂ ਹੋ ਗਿਆ, ਲੇਕਿਨ 95 ਤੋਂ ਬਾਅਦ ਫਿਰ 2013 ਦੇ ਵਿੱਚ ਆ ਕੇ ਇਹਨੂੰ ਉਹਦੇ ਵਿੱਚ ਕੋਈ ਸਪੈਸ਼ਲ ਪ੍ਰੋਵੀਜ਼ਨ ਐਕਟ ਦੀ ਅਮੈਂਡਮੈਂਟ ਵੀ ਕੀਤੀ ਗਈ 2013 ਔਰ ਰੈਗੂਲਾਈਜੇਸ਼ਨ ਪਾਲਿਸੀ ਵੀ ਦਿੱਤੀ ਗਈ। ਲੇਕਿਨ ਉਹ ਉਸ ਦੌਰਾਨ ਵੀ ਇਸ ਗੱਲ ਤੇ ਕੋਈ ਵਿਚਾਰ ਨਹੀਂ ਹੋਇਆ, ਕੋਈ ਇਸ ਗੱਲ ਤੇ ਕੋਈ ਮੰਥਨ ਨਹੀਂ ਕੀਤਾ ਸੰਬੰਧਿਤ ਧਿਰਾਂ ਨਾਲ ਬੈਠ ਕੇ ਕਿ ਇਹਦੀ ਲੋੜ ਕਿਉਂ ਪੈ ਰਹੀ ਹੈ, ਕਿ ਸਰਕਾਰ ਦਾ ਜਿਹੜਾ ਪਾਪੜਾ ਐਕਟ ਦਾ ਕਾਨੂੰਨ ਹੈ ਉਹਦੇ ਵਿੱਚ ਐਸੀ ਕੀ ਕਮੀਆਂ ਨੇ ਕਿ ਲੋਕਾਂ ਨੂੰ ਆਥੋਰਾਈਜ਼ ਪਲਾਟ ਜਿਹੜੇ ਨੇ, ਅਪਰੂਵਡ ਪਲਾਟ, ਸਾਰੀਆਂ ਸੁਵਿਧਾਵਾਂ ਵਾਲੇ ਪਲਾਟ ਉਹਨਾਂ ਦੇ ਬਜਟ ਵਿੱਚ ਕਿਉਂ ਨਹੀਂ ਆ ਰਹੇ, ਉਹਨਾਂ ਦੀ ਮਜਬੂਰੀ ਕਿਉਂ ਬਣਦੀ ਜਾ ਰਹੀ ਹੈ ਕਿ ਉਹ ਬਿਨਾਂ ਸੁਵਿਧਾਵਾਂ ਵਾਲਾ ਜਾਂ ਘੱਟ ਸੁਵਿਧਾਵਾਂ ਵਾਲਾ ਪਲਾਟ ਖਰੀਦ ਰਹੇ ਨੇ। ਐਸੀ ਕੀ ਗੱਲ ਹੈ? ਕਿਉਂਕਿ ਇਹ ਤਾਂ ਖਰੀਦਦਾਰ ਦੀ ਚੁਆਇਸ ਹੈ। ਅੱਜ ਖਰੀਦਦਾਰ ਦਾ ਕਿਸੇ ਨੇ ਹੱਥ ਨਹੀਂ ਫੜਿਆ ਵੀ ਉਹ ਜਲੰਧਰ ਦੇ ਉਹਨੇ ਮਾਡਲ ਟਾਊਨ 'ਚ ਕੋਈ ਘਰ ਖਰੀਦਣਾ ਹੈ ਜਾਂ ਕਿਤੇ ਕਿਸੇ ਕਾਲੋਨੀ 'ਚ ਖਰੀਦਣਾ ਹੈ। ਪਰ ਕਿਉਂਕਿ ਸਭ ਤੋਂ ਵੱਡੀ ਮਜਬੂਰੀ, ਜਿੱਥੋਂ ਆਪਾਂ ਮਹਿੰਗਾਈ ਤੇ ਆਪਣੇ ਬਜਟ ਦੀ ਗੱਲ ਕੀਤੀ ਸੀ, ਸਰਕਾਰ ਦੀਆਂ ਨੀਤੀਆਂ ਹਰ ਤਰੀਕੇ ਨਾਲ ਫੇਲ ਰਹੀਆਂ ਨੇ, ਸਰਕਾਰ ਭਾਵੇਂ ਕੋਈ ਵੀ ਰਹੀ ਹੈ। ਔਰ ਇਸ ਬਦਲਾਵ ਦੇ ਚੱਕਰ ਵਿੱਚ ਤਾਂ ਅਸੀਂ ਹੁਣ ਇਹ ਨਵੀਂ ਸਰਕਾਰ ਲਿਆਂਦੀ ਹੈ ਵੀ ਅਸੀਂ ਉਹਨਾਂ ਨੂੰ ਅਜਮਾ ਲਿਆ, ਵੇਖ ਲਿਆ, ਉਹਨਾਂ ਨਾਲ ਮੀਟਿੰਗਾਂ ਕਰ ਲੀਆਂ। 3 ਪਾਲਿਸੀਆਂ ਅਕਾਲੀ ਦਲ ਦੀਆਂ, 3 ਪਾਲਿਸੀਆਂ ਕਾਂਗਰਸ ਲੈ ਕੇ ਆਈ, ਗੱਲ ਫਿਰ ਵੀ ਨਹੀਂ ਬਣੀ। ਉਹਦਾ ਕਾਰਨ ਹੈ ਜੀ, ਉਹਦਾ ਕਾਰਨ ਇਹ ਹੈ ਕਿ ਜਦੋਂ ਤੱਕ ਤੁਸੀਂ ਸੰਬੰਧਿਤ ਧਿਰਾਂ ਨਾਲ ਬੈਠ ਕੇ ਮੰਥਨ ਨਹੀਂ ਕਰੋਗੇ, ਉਹਨਾਂ ਨੂੰ ਬੁਲਾਓਗੇ ਨਹੀਂ, ਉਹਨਾਂ ਨੂੰ ਪੁੱਛੋਗੇ ਨਹੀਂ ਵੀ ਫਿਰ ਇਹ ਜਿਹੜਾ ਮੁੱਦਾ ਹੈ ਇਹ ਕੋਈ ਇਕੱਲਾ ਇੱਕ NOC ਦਾ ਮੁੱਦਾ ਨਹੀਂ ਹੈਗਾ। ਅੱਜ ਜਿਹੜਾ ਸਾਡਾ ਵਰਗ ਹੈ ਉਹਨੂੰ 3 ਮਹਿਕਮੇ ਲੱਗਦੇ ਆ, ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ, ਮਾਲ ਮਹਿਕਮਾ ਤੇ ਉਸ ਤੋਂ ਬਾਅਦ ਲੋਕਲ ਬਾਡੀ ਮਹਿਕਮਾ। ਤਿੰਨਾਂ ਮਹਿਕਮਿਆਂ ਦੀਆਂ ਆਪਣੀਆਂ ਡਿਫਰੈਂਟ ਸਮੱਸਿਆਵਾਂ ਔਰ ਇਹਨਾਂ ਸਮੱਸਿਆਵਾਂ ਦੇ ਵਿੱਚੋਂ ਕਈ ਸਮੱਸਿਆਵਾਂ ਤੇ ਐਸੀਆਂ ਨੇ ਕਿ ਜੇ ਸਾਡੇ ਨਾਲ ਸਹੀ ਤਰੀਕੇ, ਸਹੀ ਨੀਅਤ ਨਾਲ ਬੈਠ ਜਾਣ ਤੇ ਮੈਨੂੰ ਲੱਗਦਾ ਸਵੇਰੇ ਬੈਠਾਂਗੇ ਸ਼ਾਮ ਨੂੰ ਹੱਲ ਕਰਕੇ ਬਾਹਰ ਆ ਜਾਵਾਂਗੇ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਸਰਕਾਰ ਦੀ ਨੀਅਤ ਠੀਕ ਨਹੀਂ? ਬਿਲਕੁਲ ਠੀਕ ਨਹੀਂ। ਜੇ ਅਸੀਂ ਇੰਨੀ ਵਾਰੀ ਗਏ, ਇੰਨੀ ਵਾਰੀ ਅਸੀਂ ਮਿਲੇ, ਹੁਣ ਪਿੱਛੇ ਅਸੀਂ ਆਪਣੇ ਹਾਊਸਿੰਗ ਮੰਤਰੀ ਨੂੰ ਵੀ ਮਿਲੇ, ਪਹਿਲਾਂ ਸਾਡਾ ਹਾਊਸਿੰਗ ਮੰਤਰੀ ਕੋਈ ਨਹੀਂ ਸੀ, ਅਮਨ ਅਰੋੜਾ ਜੀ। ਉਹ ਸਾਨੂੰ ਬਾਰ-ਬਾਰ ਗੱਲ ਕਹਿੰਦੇ ਆ, ਜਾਂ ਜਿਵੇਂ ਅਸੀਂ ਨਿੱਜਰ ਸਾਹਿਬ ਨੂੰ ਵੀ ਮਿਲੇ, ਉਹ ਵੀ ਇੱਕੋ ਗੱਲ ਕਹਿੰਦੇ ਆ, ਜਿੰਪਾ ਜੀ ਨੂੰ ਮਿਲੇ, ਉਹ ਵੀ ਇੱਕੋ ਗੱਲ ਕਹਿੰਦੇ, ਪਾਲਿਸੀ ਆ ਰਹੀ ਹੈ। ਹੁਣ ਕਿਹੜੀ ਪਾਲਿਸੀ ਆ ਰਹੀ ਹੈ? ਕੀ ਉਹ ਅਣਅਧਿਕਾਰਤ ਕਲੋਨੀਆਂ ਨੂੰ ਰੈਗੂਲਾਈਜ਼ ਕਰਨ ਦੀ ਪਾਲਿਸੀ ਆ ਰਹੀ ਹੈ ਕਿ ਜੋ ਕੁਝ ਬਣ ਚੁੱਕਿਆ ਹੈ ਉਹਦੇ ਬਾਰੇ ਕੀ ਨੀਤੀ ਬਣ ਰਹੀ ਹੈ, ਉਹਦੀ ਪਾਲਿਸੀ ਆ ਰਹੀ ਹੈ, ਜਾਂ ਅੱਗੇ ਤੋਂ ਆਥੋਰਾਈਜ਼ ਪਾਲਿਸੀਆਂ ਦੇ ਵਿੱਚ ਜਿਹੜੀਆਂ ਕਮੀਆਂ ਨੇ ਉਹਨੂੰ ਠੀਕ ਕਰਕੇ ਕੋਈ ਨਵਾਂ ਕਾਨੂੰਨ ਲਿਆਂਦਾ ਜਾ ਰਿਹਾ ਹੈ? ਇਹ ਪਹਿਲਾਂ ਤਾਂ ਇਹ ਦੇਖਣ ਦੀ ਲੋੜ ਹੈ ਵੀ ਪਾਲਿਸੀ ਆ ਕਿਹੜੀ ਰਹੀ ਹੈ, ਜਾਂ ਪਾਲਿਸੀ ਦੀ ਲੋੜ ਕਿਸ ਪੱਖ ਵਾਸਤੇ ਹੈਗੀ ਹੈ। ਹੁਣ ਮੈਂ ਤੁਹਾਨੂੰ ਪੁੱਛਦਾ, ਅੱਜ ਇੱਕ ਬੰਦੇ ਨੇ 1995 ਤੋਂ ਪੁਰਾਣੀ ਕਲੋਨੀ ਦੇ ਵਿੱਚ ਘਰ ਲਿਆ ਹੋਇਆ, ਜਦੋਂ ਇਹ ਐਕਟ ਹੋਂਦ ਵਿੱਚ ਆਇਆ, ਉਸ ਤੋਂ ਪਹਿਲਾਂ ਜਿਹੜੀਆਂ ਕਲੋਨੀਆਂ ਬਣ ਚੁੱਕੀਆਂ ਸੀ ਉਹਨਾਂ ਤੇ ਕੋਈ ਕਾਨੂੰਨ ਉਲੰਘਣਾ ਨਹੀਂ ਕੀਤੀ। ਸਾਰੇ ਕਹਿੰਦੇ ਆ ਜੀ ਵੀ ਫਲਾਣੀ ਇੱਕ ਡੇਟ ਹੈ 19 ਅਗਸਤ ਮੇਰੇ ਖਿਆਲ 9 ਅਗਸਤ ਜਾਂ ਸਮਥਿੰਗ 1995 ਨੂੰ ਜਦੋਂ ਪਾਪੜਾ ਐਕਟ ਬਣਿਆ, ਵੀ ਉਸ ਤੋਂ ਪਹਿਲਾਂ ਬਣੀਆਂ ਹੋਈਆਂ ਕਲੋਨੀਆਂ ਦੇ ਵਿੱਚ ਉਹ ਮਾਨਿਆ ਨੇ ਰਜਿਸਟਰੀ ਸੇਮ ਹੋਣੀ ਚਾਹੀਦੀ ਹੈ। ਨਹੀਂ, ਉਹਦੇ ਵਿੱਚ ਹੁਣ ਮੈਂ ਉਹੀ ਤੁਹਾਨੂੰ ਦੱਸ ਰਿਹਾ ਸੀ ਵੀ ਉਹ ਕਲੋਨੀ ਮਾਨਿਆ ਹੈ, ਪਰ ਉਹਦੇ ਵਿੱਚ ਹੁਣ ਨਵੀਂ ਸ਼ਰਤ ਇਹ ਲਾਤੀ ਵੀ ਜੇ ਉਸ ਪਲਾਟ ਦੇ ਵਿੱਚੋਂ ਕਿਸੇ ਨੇ ਪਲਾਟ ਦਾ ਟੁਕੜਾ ਕਰ ਲਿਆ ਤੇ ਫਿਰ ਉਹ ਮਾਨਿਆ ਨਹੀਂ ਹੈ। ਕੀ ਪਲਾਟ ਦਾ ਟੁਕੜਾ ਕਰਨ ਨਾਲ ਕਲੋਨੀ ਦੀ ਡੇਟ ਆਫ ਐਸਟੈਬਲਿਸ਼ਮੈਂਟ ਚੇਂਜ ਹੋ ਜਾਏਗੀ? ਮੰਨ ਲਓ 1970 ਵਿੱਚ ਕਿਸੇ ਨੇ, ਅੱਜ 500 ਗਜ ਦਾ ਪਲਾਟ ਸੀਗਾ, ਉਹਨੇ 250-250 ਗਜ ਦੇ ਫਾਦਰ ਨੇ ਆਪਣੇ ਬੱਚਿਆਂ ਨੂੰ 2 ਪਲਾਟ ਦੇ ਦਿੱਤੇ, 2 ਭਰਾ ਸੀਗੇ, ਅਲੱਗ-ਅਲੱਗ ਹੋ ਗਏ, ਉਹਨਾਂ ਨੇ ਆਪਣਾ ਘਰ ਬਣਾ ਲਿਆ। ਕੀ ਉਹਦੇ ਨਾਲ ਉਹਦੀ ਡੇਟ ਆਫ ਐਸਟੈਬਲਿਸ਼ਮੈਂਟ ਚੇਂਜ ਹੋਗੀ? ਇਹ ਕਾਨੂੰਨਨ ਤੌਰ ਤੇ ਇਹ ਸਵਾਲ ਹੀ ਇਹਨਾਂ ਗਲਤ ਹੈ। ਤੁਸੀਂ ਕਹਿਣਾ ਕੀ ਚਾਹੁੰਦੇ ਹੋ ਕਿ ਜਿਹੜੇ ਉੱਪਰ ਲੋਕ ਬੈਠੇ ਨੇ, ਜਿਹੜੇ IAS ਅਫਸਰ ਬੈਠੇ ਨੇ, ਉਹ ਸਾਡੀ ਜ਼ਮੀਨੀ ਹਕੀਕਤ ਨਹੀਂ ਜਾਣਦੇ ਜਾਂ ਉਹਦੇ ਅਕੋਰਡਿੰਗ ਕੰਮ ਨਹੀਂ ਕਰਨਾ ਚਾਹੁੰਦੇ? ਦੇਖੋ, ਮੈਂ ਕਦੀ ਇਹ ਨਹੀਂ ਕਹਿੰਦਾ ਉਹ ਨਹੀਂ ਜਾਣਦੇ। ਮੈਂ ਹਮੇਸ਼ਾ ਆਪਣੇ ਮੈਂਬਰਾਂ ਨੂੰ ਵੀ ਕਹਿੰਦਾ ਹੁੰਦਾ, ਲੋਕ ਕਹਿੰਦੇ ਆ ਸਰਕਾਰ ਸੁੱਤੀ ਹੋਈ ਹੈ, ਸੁੱਤੀ ਹੋਈ ਸਰਕਾਰ ਨੂੰ ਜਗਾਉਣਾ। ਸਰਕਾਰਾਂ ਨਹੀਂ ਸੁੱਤੀਆਂ ਹੋਈਆਂ, ਲੋਕ ਸੁੱਤੇ ਹੋਏ ਆ। ਅੱਜ ਜੇ ਆਟੇ ਤੇ ਵੀ GST ਲੱਗ ਜਾਂਦਾ ਹੈ, ਕੋਈ ਬੋਲਦਾ? ਕੋਈ ਨਹੀਂ ਬੋਲਦਾ। ਫਿਰ ਉਹ ਥੋੜੀ ਸੁੱਤੇ ਹੋਏ ਨੇ, ਆਪਾਂ ਲੋਕ ਸੋ ਗਏ, ਸਾਡੀਆਂ ਜ਼ਮੀਰਾਂ ਸੋ ਗਈਆਂ ਕਿ ਆਪਾਂ ਆਪਣੇ ਹੱਕ ਦੀ ਗੱਲ ਨਹੀਂ ਕਰਦੇ। ਮੈਂ ਇੱਥੇ ਦੱਸਣਾ ਚਾਹੁੰਦਾ, ਅਫਸਰਸ਼ਾਹੀ ਨੂੰ ਸਭ ਪਤਾ ਹੈ
ਅਫਸਰਸ਼ਾਹੀ ਅਗਰ ਚਾਹੇ 5 ਮਿੰਟ ਦੇ ਵਿੱਚ ਮਸਲੇ ਹੱਲ ਹੋ ਸਕਦੇ ਨੇ। ਮੈਂ 2 ਗੱਲਾਂ ਨਾਲ ਤੁਹਾਨੂੰ ਟੈਕਨੀਕਲ ਸਵਾਲ ਪੁੱਛਣਾ ਤੁਹਾਡੇ ਇਸ ਚੈਨਲ ਰਾਹੀਂ। ਪਹਿਲਾ ਸਵਾਲ ਤਾਂ ਤੁਹਾਨੂੰ ਪੁੱਛਿਆ ਕਿ 95 ਤੋਂ ਪੁਰਾਣਾ ਕੋਈ 70 ਦੀ ਕਲੋਨੀ ਹੈ, ਉਹਦੇ ਵਿੱਚ ਜੇ ਪਲਾਟ ਦੇ ਟੋਟੇ ਹੋ ਗਏ ਕੀ ਉਹਦੀ ਡੇਟ ਆਫ ਐਸਟੈਬਲਿਸ਼ਮੈਂਟ ਕਲੋਨੀ ਦੀ ਚੇਂਜ ਹੋ ਗਈ? ਦੂਜਾ ਪੁਆਇੰਟ ਆ ਜਾਓ, ਹੁਣ ਇਹ ਕਹਿੰਦੇ ਆ ਵੀ ਐਗਰੀਕਲਚਰ ਰਜਿਸਟਰੀ ਹੋ ਸਕਦੀ ਹੈ, ਪਰ ਐਗਰੀਕਲਚਰ ਰਜਿਸਟਰੀ ਕਰਨ ਲਈ ਕੋਈ ਮੰਨ ਲਓ ਕੋਈ ਰਕਬਾ ਕਿਤੇ ਪਿਆ ਤਾਂ ਉਹਦੀ ਨਾਲ ਫਰਦ ਗਰਦੌਰੀ ਲੱਗੇਗੀ ਜਿਹਦੇ ਵਿੱਚ ਇਹ ਲਿਖਿਆ ਹੋਏਗਾ ਕਿ ਇੱਥੇ ਖੇਤੀਬਾੜੀ ਹੋ ਰਹੀ ਹੈ। ਇਹ ਇਹਨਾਂ ਦਾ ਪੱਖ ਹੈ ਕਿ ਅਸੀਂ ਉਹਨੂੰ ਤਾਂ ਐਗਰੀਕਲਚਰ ਮੰਨਾਂਗੇ। ਹੁਣ ਜਦੋਂ ਕੋਈ ਵੀ ਅੱਜ ਪਲਾਟ ਬੰਦੇ ਨੇ 2 ਬਿੱਗੇ 2.5 ਬਿੱਗੇ ਲੈ ਕੇ ਛੱਡ ਦਿੱਤਾ, ਕਿਸੇ ਮੇਨ ਰੋਡ ਤੇ ਛੱਡ ਦਿੱਤਾ, ਉਹ ਕਿਸੇ ਇਲੀਗਲ ਕਲੋਨੀ ਦਾ ਹਿੱਸਾ ਨਹੀਂ ਹੈਗਾ। ਕਿਤੇ ਰਾਹ ਤੇ ਅਗਲੇ ਨੇ ਲੈ ਕੇ ਉਹਦਾ ਮੰਨ ਲਓ ਵਾਗਲਾ ਮਾਰਤਾ, ਬਾਉਂਡਰੀ ਕਰਤੀ, ਹੁਣ ਉਹਦੇ ਵਿੱਚ ਕਲਟੀਵੇਸ਼ਨ ਨਹੀਂ ਹੋ ਸਕਦੀ ਕਿਉਂਕਿ 2 ਬਿੱਗੇ ਵਾਸਤੇ ਵੀ ਫਿਰ ਟਿਊਬਲ ਚਾਹੀਦਾ, ਸੰਦ ਚਾਹੀਦੇ ਨੇ, ਉਹਨਾਂ ਉਹਦੇ ਵਿੱਚੋਂ ਉਪਜ ਦੀ ਵਾਪਸੀ ਨਹੀਂ ਹੈ ਤੇ ਉਹ ਬੰਦਾ ਉਹਦੀ ਖੇਤੀ ਨਹੀਂ ਕਰਦਾ। ਇਸ ਕਰਕੇ ਉਹ ਫਰਦ ਗਰਦਾਵਰੀ ਦੇ ਵਿੱਚ ਉਹ ਗੈਰ ਮੁਮਕਿਨ ਹੋ ਜਾਂਦੀ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਇਹ ਖੇਤੀਬਾੜੀ ਨਹੀਂ ਰਹੀ, ਇਹ ਜਿਹੜੀ ਹੈ ਗੈਰ ਮੁਮਕਿਨ ਹੋ ਗਈ। ਜਿਸ ਦਿਨ ਤੇ ਅਸੀਂ ਰਜਿਸਟਰੀ ਕਰਾਉਣ ਜਾਂਦੇ ਆ ਉਹ ਕਹਿੰਦੇ ਨਹੀਂ ਇਹ ਖੇਤੀਬਾੜੀ ਨਹੀਂ, ਅਸੀਂ ਨਹੀਂ ਮੰਨਦੇ ਇਹਨੂੰ ਖੇਤੀਬਾੜੀ। ਉਸੇ ਲੈਂਡ ਨੂੰ ਜਿਸ ਦਿਨ ਅਸੀਂ CLU ਕਰਾਉਣ ਜਾਂਦੇ ਆ ਉਹ ਕਹਿੰਦੇ ਨਹੀਂ ਅਸੀਂ ਇਹਨੂੰ ਖੇਤੀਬਾੜੀ ਮੰਗਦੇ ਆ, ਪੈਸੇ ਜਮ੍ਹਾਂ ਕਰਾਓ CLU ਦੇ। ਹੁਣ ਇੱਕੋ ਹੀ ਪਲਾਟ ਹੈ, ਜਾਂ ਤਾਂ ਫਿਰ ਉਹ ਖੇਤੀਬਾੜੀ ਹੈ ਜਾਂ ਖੇਤੀਬਾੜੀ ਨਹੀਂ ਹੈ। ਜੇ ਤੁਸੀਂ ਰਜਿਸਟਰੀ ਕਰਨ ਵੇਲੇ ਉਹਨੂੰ ਕਹਿੰਦੇ ਹੋ ਖੇਤੀਬਾੜੀ ਨਹੀਂ ਹੈ, ਫਿਰ CLU ਵੇਲੇ ਕਿਉਂ ਮੰਨਦੇ ਹੋ ਵੀ ਇਹ ਖੇਤੀਬਾੜੀ ਹੈ? ਇਹ ਕਾਨੂੰਨ ਦੇ ਵਿੱਚ ਵਿਰੋਧਾਭਾਸ ਆ ਗਿਆ। ਇਹੋ ਜਿਹੀਆਂ ਜਿਹੜੀਆਂ ਕਮੀਆਂ ਨੇ, ਇਹੋ ਜਿਹੜੀਆਂ ਚੀਜ਼ਾਂ ਨੇ, ਉਹ ਕੀ ਅਫਸਰਾਂ ਨੂੰ ਨਹੀਂ ਪਤਾ? ਮੈਂ ਹੋ ਸਕਦਾ ਮੇਰੇ ਜਿਹੜੇ ਨਵੇਂ ਚੁਣੇ ਮੰਤਰੀ ਭਰਾ ਤੁਹਾਡੀ ਗੱਲ ਸਮਝ ਗਿਆ। ਚਲੋ ਮੈਂ ਹੁਣ ਸਰਕਾਰ ਦੇ ਪੱਖ ਲਈ ਕਲੋਨਾਈਜ਼ਰਾਂ ਨੂੰ ਇੱਕ ਸਵਾਲ ਪੁੱਛਣਾ, ਕਿਉਂਕਿ ਪੱਖ ਅਸੀਂ ਦੋਨੋਂ ਦੇਖਣੇ ਆ। ਬਿਲਕੁਲ ਤੁਸੀਂ ਆਪਣਾ ਪੱਖ ਰੱਖ ਰਹੇ ਹੋ, ਬੜਾ ਵਧੀਆ, ਮੈਨੂੰ ਖੁਸ਼ੀ ਹੋ ਰਹੀ ਤੁਹਾਡੀ ਇੰਟਰਵਿਊ ਕਰਦੇ, ਬੜੇ ਵਧੀਆ ਤਰੀਕੇ ਨਾਲ ਤੁਸੀਂ ਕਲੋਨਾਈਜ਼ਰਾਂ ਦਾ ਟੈਕਨੀਕਲੀ ਪੱਖ ਰੱਖ ਰਹੇ ਹੋ। ਸਰਕਾਰ ਕਹਿੰਦੀ ਹੈ ਕਿ ਇਲੀਗਲ ਕਲੋਨੀਆਂ ਕੱਟੋ? ਨਹੀਂ ਕਹਿੰਦੀ। ਤੁਸੀਂ ਕਿਸੇ ਅਫਸਰ ਕੋਲ ਕਲੋਨੀ ਪਾਸ ਕਰਾਉਣ ਜਾਂਦੇ ਹੋ? ਕੋਈ ਕਲੋਨਾਈਜ਼ਰ, ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ, ਕੋਈ ਕਲੋਨਾਈਜ਼ਰ ਪਾਸ ਕਰਾਉਣ ਜਾਂਦਾ ਹੈ, ਕੀ ਦਿੱਕਤ ਆਉਂਦੀ ਹੈ? ਕਿਉਂ ਕਲੋਨੀ ਪਾਸ ਨਹੀਂ ਹੁੰਦੀ? ਇੱਕ ਨਾ ਅਸੀਂ ਮੰਗ ਪੱਤਰ ਜੀ ਹੁਣੇ ਅਸੀਂ ਅਮਨ ਅਰੋੜਾ ਜੀ ਨੂੰ ਦੇ ਕੇ ਆਏ ਸੀ, ਦੇਣਾ ਸੀ ਅਸੀਂ ਭਗਵੰਤ ਮਾਨ ਜੀ ਨੂੰ। ਇਹਦੇ ਵਿੱਚ ਅਸੀਂ ਜਦੋਂ ਸ਼ੁਰੂ ਕਰਦੇ ਹਾਂ ਜੀ, ਇੱਥੇ ਆ ਵਿਸਤਾਰ ਪੂਰਵਕ ਸੁਝਾਅ। ਇਹ ਕਿਹਦੇ ਵਾਸਤੇ ਨੇ? ਨਵੀਆਂ ਅਪਰੂਵਡ ਕਲੋਨੀਆਂ ਕੱਟਣ ਵਿੱਚ ਆਉਂਦੀਆਂ ਮੁਸ਼ਕਲਾਂ ਅਤੇ ਸੁਝਾਅ। ਇਹ ਅੱਜ ਜੇ ਕਿਸੇ ਨੇ ਕਲੋਨੀ ਪਾਸ ਕਰਾਣੀ ਹੈ ਉਹਨੂੰ ਕੀ ਮੁਸ਼ਕਲਾਂ ਆਉਂਦੀਆਂ ਨੇ, ਇਹ ਅਸੀਂ A ਪੁਆਇੰਟ ਤੋਂ ਸ਼ੁਰੂ ਕੀਤੀਆਂ ਸੀ ਤੇ ABCDEFG ਕਰਦੇ ਇਹਦੇ ਲਗਭਗ ਮੈਨੂੰ ਲੱਗਦਾ Z ਤੱਕ ਹੀ ਨਾ ਪਹੁੰਚ ਜਾਂਦੇ, U ਤੇ ਖਤਮ ਹੋ ਜਾਣਾ ਸੀ। ਠੀਕ ਹੈ। ਹੁਣ ਜੇ ਤੁਸੀਂ ਕਹੋ ਪਹਿਲਾਂ ਆਪਾਂ ਅਪਰੂਵਡ ਤੇ ਗੱਲ ਕਰਨੀ ਹੈ ਤਾਂ ਮੈਂ ਤੁਹਾਨੂੰ ਅਪਰੂਵਡ ਦੇ ਪੁਆਇੰਟ ਦੱਸਦਾ। ਜੇ ਤੁਸੀਂ ਇਲੀਗਲ ਬਾਰੇ ਪੁੱਛਣਾ ਚਾਹੁੰਦੇ ਹੋ ਮੈਂ ਤੁਹਾਨੂੰ ਸਿੱਧਾ ਜਿਹਾ ਸਵਾਲ ਪੁੱਛਦਾ ਪੰਜਾਬੀ ਦੇ ਵਿੱਚ, ਕਿਉਂਕਿ ਜਿਹੜੇ ਬੰਦੇ ਨੇ ਇਹਨੂੰ ਵੇਖਣਾ ਹੈ ਨਾ, ਅੱਜ ਆਪਾਂ ਗੱਲ ਕਰ ਰਹੇ ਹਾਂ, ਮੈਂ ਵੀ ਕੁਝ ਸਮਝਦਾ ਵਾਂ, ਤੁਸੀਂ ਵੀ ਸਮਝਦੇ, ਤੁਹਾਡਾ ਰੋਜ਼ ਦਾ ਕੰਮ ਹੋ ਗਿਆ। ਲੇਕਿਨ ਇੱਕ ਆਮ ਬੰਦਾ ਜਿਹਨੇ ਘਰ ਬਣਾਉਣਾ ਹੈ, ਜਿਹੜੀ ਥਾਵਾਂ ਲੈ ਚੁੱਕਾ ਹੈ ਜਾਂ ਵੱਡਾ ਪਲਾਟ ਲੈ ਕੇ ਪਿਓ ਨੇ ਪੁੱਤਰ ਨੂੰ ਅੱਧਾ ਦੇ ਦਿੱਤਾ ਹੈ, ਉਹਨਾਂ ਲਈ ਬੜੀ ਦਿੱਕਤ ਹੈ। ਅਫਸਰ ਸਾਥ ਦਿੰਦੇ ਨੇ ਕਿ ਨਹੀਂ ਦਿੰਦੇ? ਦੇਖੋ ਜੀ, ਗੱਲ ਇਹ ਹੈ, ਅਫਸਰਾਂ ਦੇ ਵਿੱਚ 2 ਕੈਟਾਗਰੀਆਂ ਨੇ। ਹਾਂਜੀ। ਇੱਕ ਨੇ ਨੀਤੀਕਾਰ, ਇੱਕ ਨੇ ਜਿਨ੍ਹਾਂ ਨੇ ਮੁੜ ਕੇ ਉਹਨੂੰ ਐਗਜ਼ੀਕਿਊਟ ਕਰਨਾ। ਹੁਣ ਜਿਹੜਾ ਇਸ ਵੇਲੇ ਮੰਨ ਲਓ ਸਾਡਾ ਤਹਿਸੀਲਦਾਰ ਕੋਈ ਬੈਠਾ ਹੈ ਜਿਹੜਾ ਕਹਿੰਦਾ ਮੈਂ ਰਜਿਸਟਰੀ ਨਹੀਂ ਕਰਨੀ, ਜਾਂ ਉਹ ਕੋਈ ਅੜਿੱਕਾ ਲਾ ਰਿਹਾ, ਉਹਨੂੰ ਪਿੱਛੋਂ ਜਿਹੜੇ ਨੀਤੀਕਾਰਾਂ ਨੇ ਕੋਈ ਕਾਨੂੰਨ ਬਣਾ ਕੇ ਭੇਜ ਦਿੱਤਾ, ਉਹ ਤੇ ਉਹਦੇ ਤੇ ਬਾਉਂਡ ਹੈ, ਉਹ ਕਹਿੰਦੇ ਨਹੀਂ ਤਾਂ ਤੈਨੂੰ ਸਸਪੈਂਡ ਕਰ ਦਿਆਂਗੇ। ਇਹ ਹੁਣ ਗੱਲ ਆ ਗਈ ਨੀਤੀਕਾਰਾਂ ਤੇ। ਹੁਣ ਅਸੀਂ ਬੜੀ ਵਾਰੀ ਇਹ ਸਵਾਲ ਕੀਤਾ ਹੈ, ਅੱਜ ਤੁਹਾਡੇ ਇਸ ਚੈਨਲ ਰਾਹੀਂ ਲੋਕਾਂ ਨੂੰ ਵੀ ਪੁੱਛਦੇ ਹਾਂ ਵੀ ਤੁਸੀਂ ਵੀ ਪੁੱਛਿਓ ਕਿਸੇ ਨੂੰ, ਜੇ ਕੋਈ ਵਪਾਰ ਕਿਸੇ ਵੀ ਸਰਕਾਰ ਦੀ ਬਣਾਈ ਹੋਈ ਨੀਤੀਆਂ ਦੇ ਮੁਤਾਬਕ 99% ਵਪਾਰ ਨਹੀਂ ਚੱਲ ਪਾ ਰਿਹਾ, ਤੇ ਕੀ ਇਹਦੇ ਵਿੱਚ ਕੋਈ ਗੁੰਜਾਇਸ਼ ਨਹੀਂ ਕਿ ਉਹ ਨੀਤੀਆਂ ਹੀ ਗਲਤ ਹੋਣ, ਵਪਾਰ ਗਲਤ ਨਾ ਹੋਵੇ? ਆਪਾਂ ਸਾਰੇ ਲੋਕਾਂ ਨੂੰ ਤੇ ਗਲਤ ਨਹੀਂ ਕਹਿ ਸਕਦੇ। ਦੂਜਾ ਕੁਐਸਚਨ, ਆਪਾਂ ਕਹਿੰਦੇ ਨਹੀਂ ਜੀ ਨੀਤੀਕਾਰ ਬੜੇ ਵਧੀਆ ਨੇ, ਤੁਸੀਂ ਕੋਲੋਨਾਈਜ਼ਰ ਵਰਗ ਗਲਤ ਹੈ। ਫਿਰ ਉਹ ਨੀਤੀਕਾਰ ਨੂੰ ਮੈਂ ਪੁੱਛਦਾ ਕਿ ਮੋਹਾਲੀ ਸ਼ਹਿਰ ਦੀ ਜਿਹੜੀ ਅਰਬਨ ਆਬਾਦੀ ਹੈ ਉਹ 1.5 ਤੋਂ ਪੌਣੇ 2 ਲੱਖ ਉਹਦੀ ਅਰਬਨ ਆਬਾਦੀ ਹੈ, ਔਰ 10 ਲੱਖ ਉਹਦੀ ਟੋਟਲ ਆਬਾਦੀ ਹੈ, ਇਨਕਲੂਡਿੰਗ ਮੋਹਾਲੀ ਦੇ ਜਿਹੜੇ ਪਿੰਡ ਨੇ, ਸਾਰਾ ਕੁਝ ਮਿਲਾ ਕੇ। ਹੁਣ ਪੌਣੇ 2 ਲੱਖ ਦੀ ਆਬਾਦੀ ਵਾਲੇ ਸ਼ਹਿਰ ਵਾਸਤੇ ਤੁਸੀਂ ਪੌਣੇ 200 ਸੈਕਟਰ ਦੇ ਦਿੱਤੇ ਨੇ, IT ਅਲੱਗ ਦੇਤੇ, ਫਲਾਣੇ ਅਲੱਗ ਦੇਤੇ, ਇੰਡਸਟਰੀਅਲ ਅਲੱਗ ਦੇਤੇ। ਇਹ ਜਿਹੜਾ ਰੈਸਟ ਆਫ ਪੰਜਾਬ ਸੀ, ਇਹ ਪਾਕਿਸਤਾਨ ਦਾ ਹਿੱਸਾ ਹੈ, ਇਹ ਪੰਜਾਬ ਦਾ ਹਿੱਸਾ ਨਹੀਂ।
ਇਹਦੇ ਵਿੱਚ ਜਿੰਨੇ ਵੀ ਸਾਡੇ ਵੱਡੇ ਸ਼ਹਿਰ ਨੇ, ਲੁਧਿਆਣੇ ਦੇ ਵਿੱਚ ਲਾਸਟ ਕਲੋਨੀ 1988-90 ਚ ਆਈ 475 ਏਕੜ ਦੀ ਅਪਰੂਵਡ ਸਰਕਾਰ ਨੇ ਜਿਹੜੀਆਂ ਕਲੋਨੀਆਂ ਕੱਟੀ। ਸ਼ਹੀਦ ਭਗਤ ਸਿੰਘ, ਦੇਖੋ ਜਿਹੜੇ ਅਸੀਂ ਲੋਕ ਵਪਾਰੀ ਆ, ਜਿਹੜੇ ਤੇ ਵੱਡੇ ਡਿਵੈਲਪਰ ਨੇ, ਉਹਨਾਂ ਨੂੰ ਤੇ ਕੋਈ ਫਰਕ ਨਹੀਂ ਪੈਂਦਾ, ਉਹ ਤੇ ਹਜ਼ਾਰਾਂ ਏਕੜ ਜ਼ਮੀਨ ਕੱਟੀਆਂ ਕਰ ਕਲੋਨੀ ਦਾ ਨਾਮ ਲੈਂਦੇ ਆ। ਸ਼ਹੀਦ ਭਗਤ ਸਿੰਘ ਨਗਰ ਸੀਗਾ। ਸ਼ਹੀਦ ਭਗਤ ਸਿੰਘ ਨਗਰ 475 ਏਕੜ ਸੀ। 475 ਇਹ ਅੱਜ ਜਦੋਂ ਆਈ, ਅੱਜ ਆਈ ਨੂੰ 40 ਸਾਲ ਹੋ ਗਏ। 40 ਸਾਲ ਵਿੱਚ ਆਬਾਦੀ ਉਦੋਂ 8 ਲੱਖ ਸੀ ਲੁਧਿਆਣੇ ਦੀ, ਅੱਜ ਔਸਤਨ 60 ਲੱਖ ਹੈ। ਕਿਤਾਬਾਂ 'ਚ 35-40 ਲੱਖ ਹੋਗਾ, ਕਿਉਂਕਿ ਸਾਡੇ ਪ੍ਰਵਾਸੀ ਭਰਾ ਉੱਥੇ ਬਹੁਤ ਰਹਿੰਦੇ ਨੇ, ਦੂਰੋਂ ਮਾਈਗ੍ਰੇਸ਼ਨ ਬਹੁਤ ਹੈ ਸਾਡੇ ਲੁਧਿਆਣੇ। ਫੈਕਟਰੀਆਂ ਸਾਰੀਆਂ ਉਹਨਾਂ ਦੇ ਨਾਂ ਤੇ ਚੱਲਦੀਆਂ। ਐਡੀ ਵੱਡੀ ਜਿਹੜੀ ਉਹ ਇੰਡਸਟਰੀ ਚੱਲ ਰਹੀ ਹੈ, ਉਹਦੇ ਲਈ ਜਿੰਨੇ ਇੰਡਸਟਰੀਅਲ ਸੈਕਟਰ ਕੱਟੇ ਸਾਰੇ ਫੇਲ ਹੋਏ, ਜਾਂ ਸਰਕਾਰਾਂ ਦੀ ਆਪਣੀ ਚਿੜ ਦੇ ਉਹਦੇ ਚੱਲਦੇ ਰਹੇ। ਲੁਧਿਆਣੇ ਸਿਟੀ ਸੈਂਟਰ ਆਇਆ, ਬਹੁਤ ਵਧੀਆ ਪ੍ਰੋਜੈਕਟ ਸੀ। ਹੁਣ ਕੀ ਹੋਇਆ ਜਾਂ ਕੀ ਨਹੀਂ ਹੋਇਆ? ਕੈਪਟਨ ਨੇ ਬਣਾਇਆ ਸੀ, ਅਕਾਲੀਆਂ ਨੇ ਆ ਕੇ ਰੋਲਤਾ। ਕੈਪਟਨ ਨੂੰ ਕੀ ਫਰਕ ਪਿਆ? ਫਰਕ ਪਿਆ ਉਹਨਾਂ ਇਨਵੈਸਟਰਾਂ ਨੂੰ ਜਿਨ੍ਹਾਂ ਨੇ ਉੱਥੇ ਪੈਸੇ ਲਾਏ। ਅੱਜ ਤੱਕ ਉਹਨਾਂ ਦੇ ਪੈਸੇ ਬਾਹਰ ਨਹੀਂ ਆਏ। ਇਹ ਜਿਹੜਾ ਕੁਝ ਹੋ ਰਿਹਾ, ਸਾਰਾ ਪੋਲਿਟਿਸਾਈਜੇਸ਼ਨ ਹੋ ਰਿਹਾ, ਲੋਕਾਂ ਦੇ ਹਿੱਤਾਂ ਬਾਰੇ ਕੁਝ ਨਹੀਂ ਸੋਚਦੇ। 2005 ਸਾਲ ਦੇ ਵਿੱਚ ਸਾਰੇ ਸ਼ਹਿਰਾਂ ਦੇ ਮਾਸਟਰ ਪਲਾਨ ਬਣਾ ਦਿੱਤੇ, ਲਾਗੂ ਕਰ ਦਿੱਤੇ। ਲਾਗੂ ਕਰਨ ਤੋਂ ਬਾਅਦ ਜਿਵੇਂ ਆਪਾਂ ਮੋਹਾਲੀ ਜਾਂਦੇ ਹਾਂ, ਚੰਡੀਗੜ੍ਹ ਜਾਂਦੇ ਹਾਂ, ਆਪਾਂ ਨੂੰ ਕਿਉਂ ਚੰਗਾ ਲੱਗਦਾ? ਕਿਉਂਕਿ ਇੱਥੇ ਜਾਮ ਹੈ, ਇੱਥੇ ਜਾਮ ਹੈ ਤੇ ਇੱਧਰ ਮੁੜ ਜਾਓ, ਇੱਧਰੋਂ ਨਹੀਂ ਇੱਧਰ ਮੁੜ ਜਾਓ। ਇੱਕ ਰੋਡਾਂ ਦਾ ਨੈਟਵਰਕ ਦੇਖੋ। ਕਦੀ ਗਡਕਰੀ ਸਾਹਿਬ ਦੀ ਸਪੀਚ ਸੁਣਿਆ ਜੇ? ਡਿਵੈਲਪਮੈਂਟ ਕਿਤੇ ਵੀ ਕਿਸੇ ਵੀ ਖਿੱਤੇ ਵਿੱਚ ਕਦੋਂ ਆਉਂਦੀ ਹੈ? ਜਦੋਂ ਸੜਕ ਆਉਂਦੀ ਹੈ। ਕਿਤੇ ਵੀ ਕੋਈ ਨਵਾਂ ਰੋਡ ਨਿਕਲਦਾ ਹੈ, ਬਾਈਪਾਸ ਨਿਕਲਦਾ ਹੈ, ਦੇਖੋ ਉੱਥੇ ਨਵੀਂ ਡਿਵੈਲਪਮੈਂਟ ਆਉਂਦੀ ਹੈ। ਉੱਥੇ ਰੇਟ ਵੱਧਦੇ ਨੇ, ਲੋਕਾਂ ਨੂੰ ਕਾਰੋਬਾਰ ਕਰਨ ਦੇ ਨਵੇਂ ਜਿਹੜੇ ਜ਼ਰੀਏ ਬਣਦੇ ਨੇ ਉੱਥੇ। ਜਿਹੜੀਆਂ ਸਾਡੀਆਂ ਪੁਰਾਣੀਆਂ ਸੜਕਾਂ ਸੀਗੀਆਂ, ਉਸ ਤੋਂ ਇਲਾਵਾ ਕਿਹੜੇ ਸ਼ਹਿਰ ਦੀਆਂ ਆਪਾਂ ਰਿੰਗ ਰੋਡਾਂ ਕੱਢੀਆਂ? ਕਿਹੜੇ ਸ਼ਹਿਰ ਦੀਆਂ ਜਿਹੜੀਆਂ ਤੁਸੀਂ 2005 ਚ ਮਾਸਟਰ ਪਲਾਨ ਲਾਗੂ ਕਰਤੇ, ਉਹਨਾਂ ਦੀ ਕਿਸੇ ਵੀ ਸੜਕ ਤੇ ਤੁਸੀਂ ਉਹਨਾਂ ਨੂੰ ਜ਼ੋਨਿੰਗ ਦੇ ਵਿੱਚ ਪ੍ਰਪੋਜ਼ ਕਰਤਾ ਵੀ ਇਹ ਸਰਕਾਰੀ ਰਸਤਾ 16 ਫੁੱਟ ਦਾ ਹੈ, ਪਰ ਇਹ 60 ਫੁੱਟ ਹੋਏਗਾ। ਹੋਏਗਾ ਕਦੋਂ? ਜਦੋਂ ਬੰਦਾ ਉੱਥੇ ਜ਼ਮੀਨ ਖਰੀਦੇਗਾ, ਉਹ ਪਾਸ ਕਰਾਏਗਾ, ਉਹ ਆਪਣੇ ਕੋਲੋਂ ਛੱਡੇਗਾ। ਲੇਕਿਨ ਤੁਹਾਡੀ ਰੈਗੂਲੇਟਰੀ ਅਥਾਰਟੀਆਂ ਨੇ, ਉਹਨਾਂ ਕੋਲ ਇੰਨੀ ਵੀ ਖੇਚਲ ਨਹੀਂ ਹੋਈ ਵੀ ਉੱਥੇ ਕੋਈ ਬੁਰਜੀਆਂ ਹੀ ਲਾ ਦਿੰਦੇ। ਜਦ ਤੁਹਾਡੇ ਕੋਲ ਖਰੀਦਣ ਦੇ ਪੈਸੇ ਹੈ, ਕਹਿਣਾ ਚਾਹੁੰਦੇ ਹੋ ਸਰਕਾਰ ਆਪਣੀ ਕੋਤਾਹੀ ਵਰਤਦੀ ਹੈ ਕੰਮ ਦੇ ਵਿੱਚ? ਸੜਕਾਂ ਜਿੱਥੇ ਬਣਨੀਆਂ ਚਾਹੀਦੀਆਂ ਸੀਗੀਆਂ, ਜਗ੍ਹਾ ਐਕਵਾਇਰ ਢੰਗ ਨਾਲ ਨਹੀਂ ਕੀਤੀ ਗਈ। ਮੈਂ ਕਹਿੰਦਾ ਐਕਵਾਇਰ ਤੇ ਇਹਨਾਂ ਨੇ ਕਰਨੀ ਹੀ ਨਹੀਂ। ਐਟਲੀਸਟ ਜਿੰਨੀਆਂ ਜ਼ੋਨਿੰਗ ਦੀਆਂ ਸੜਕਾਂ ਸੀਗੀਆਂ, ਜਿਹੜੇ ਰਸਤੇ ਤਜਵੀਜ਼ਤ ਸੀਗੇ ਵੱਡੇ ਕਰਨੇ, ਚੌੜੇ ਕਰਨੇ, ਜਿਨ੍ਹਾਂ ਦੇ ਸ਼ਹਿਰ ਨੇ ਅੱਗੇ ਵਧਣਾ ਸੀ, ਉਹ ਰਸਤਿਆਂ ਦੀ ਰਾਖੀ ਕਿਹਨੇ ਕਰਨੀ ਸੀ? ਇੱਕ ਕੋਲੋਨਾਈਜ਼ਰ ਕਿਸੇ ਜ਼ਿਮੀਂਦਾਰ ਨੂੰ ਕਹਿ ਸਕਦਾ ਜਾ ਕੇ ਵੀ ਤੂੰ ਇੱਥੇ ਕੁਝ ਨਾ ਬਣਾ? ਇੱਕ ਪ੍ਰਾਪਰਟੀ ਡੀਲਰ ਉਹਨੂੰ ਰੋਕ ਲੇਗਾ ਜਾ ਕੇ? ਜੇ ਸਰਕਾਰ ਨੇ ਉੱਥੇ ਬੋਰਡ ਲਾਏ ਹੋਣ ਵੀ ਇਹ ਰਸਤਾ ਜਿਹੜਾ ਹੈ 60 ਫੁੱਟ ਦਾ ਹੈ, ਇਹਦੇ 25 ਫੁੱਟ ਇੱਧਰ ਜਗ੍ਹਾ ਛੱਡਣੀ ਹੈ, ਇੱਧਰ ਛੱਡਣੀ ਹੈ, ਜਗ੍ਹਾ ਜਗ੍ਹਾ ਬੋਰਡ ਲਾਏ ਹੋਣ, ਤੇ ਫਿਰ ਉਹ ਜ਼ਿਮੀਂਦਾਰ ਕੀ ਵੇਚ ਪਾਏਗਾ ਉਹ ਰਕਬੇ ਨੂੰ? ਤੁਸੀਂ ਹੋਰ ਕੁਝ ਨਾ ਕਰਦੇ, ਹੁਣ ਵੀ ਕਰ ਲਓ। ਤੁਸੀਂ ਉਹਨਾਂ ਰਕਬਿਆਂ ਦੇ ਅੰਦਰ ਜਿਹੜੇ ਖਸਰਾ ਨੰਬਰ ਆਉਂਦੇ ਨੇ, ਮਾਰਕ ਕਰਕੇ ਉਹ ਫਰੀਜ਼ ਕਰ ਦਿਓ ਖਸਰਾ ਨੰਬਰ, ਤਾਂ ਕਿ ਜਦੋਂ ਸ਼ਹਿਰ ਨੇ ਵਧਣਾ ਹੈ ਉਹਨੂੰ ਸੜਕਾਂ ਮਿਲਣ, ਨੈਚੁਰਲ ਫਲੋ ਮਿਲੇ, ਆਬਾਦੀ ਨੂੰ ਵਧਣ ਵਾਸਤੇ। ਤੁਸੀਂ ਮੇਰਾ ਸਵਾਲ ਦੂਸਰੇ ਪਾਸੇ ਚਲਾ ਗਿਆ। ਕੀ ਅਫਸਰ ਤੁਹਾਡੀ ਮਦਦ ਕਰਦੇ ਨੇ ਕਲੋਨੀ ਪਾਸ ਕਰਾਉਣ ਦੇ ਵਿੱਚ ਕਿ ਨਹੀਂ ਕਰਦੇ? ਅਫਸਰ ਕਦੋਂ ਮਦਦ ਕਰਦੇ ਆ ਜੀ? ਅਫਸਰ ਤਾਂ ਇਹੋ ਜੀ ਵਿੱਚ ਉਹ ਕਹਿੰਦੇ ਆ, ਅਫਸਰਾਂ ਕੋਲ ਇੰਨਾ ਵਧੀਆ ਉਹ ਹੈਗਾ ਤਰੀਕਾ ਕਿ ਉਹ ਗੱਲ ਨੂੰ ਲਿਖ ਦਿੰਦੇ ਆ। ਜਦੋਂ ਪਾਲਿਸੀ ਬਣਦੀ ਹੈ, ਬਣਾਈ ਮੈਂ ਇੱਕ ਅਫਸਰ ਹਾਂ, ਲਾਗੂ ਤੁਸੀਂ ਕਰਨੀ ਹੈ, ਤੁਸੀਂ ਦੂਜੇ ਅਫਸਰ ਹੋ। ਮੈਂ ਤੇ ਇਹ ਕੋਲੋਨਾਈਜ਼ਰ ਨੇ ਕੋਈ ਇਹਨਾਂ ਨੇ ਬਣਵਾਈ ਵੀ ਇੱਦਾਂ ਠੀਕ ਹੈ। ਉਹਦੇ 'ਚ ਲਿਖਿਆ ਸੀ ਰੋਕੋ ਮਤ ਜਾਣੇ ਦਿਓ। ਹੁਣ ਤੁਹਾਡੇ ਕੋਲ ਆ ਗਿਆ, ਤੁਸੀਂ ਕਿਹਾ ਇਹਦੇ 'ਚ ਤਾਂ ਲਿਖਿਆ ਰੋਕੋ ਮਤ ਜਾਣੇ ਦਿਓ। ਮੈਂ ਕਹਿੰਦਾ ਨਹੀਂ ਜੀ, ਇਹ ਤਾਂ ਲਿਖਿਆ ਰੋਕੋ ਮਤ ਜਾਣੇ ਦਿਓ। ਹੁਣ ਉਹਨੂੰ ਫਾਈਨਲ ਕਰਨ ਦੀ ਅਥਾਰਟੀ ਕਿਤੇ ਕੋਲ ਹੈ? ਉਹ ਅਫਸਰ ਕੋਲ ਹੈ। ਉਹ ਉਦੋਂ ਫਾਈਨਲ ਕਰੇਗਾ ਜਾਂ ਤਾਂ ਉਹਦੀ ਮੁੱਠ ਗਰਮ ਹੋਏਗੀ, ਜਾਂ ਉਹਨੂੰ ਸੂਟ ਕਰਦਾ ਹੋਏਗਾ, ਜਾਂ ਆਪਣੇ ਕਿਸੇ ਫੇਵਰਟ ਬੰਦੇ ਨੂੰ ਕਰਨਾ। ਮੈਂ ਤੁਹਾਨੂੰ ਇੱਕ ਕਲੋਨਾਈਜ਼ਰ ਨੇ ਅਨਆਫੀਸ਼ੀਅਲੀ ਮੈਨੂੰ ਦੱਸਿਆ ਕਿ ਮੈਂ ਇੱਕ ਕਲੋਨੀ ਕੱਟਣਾ ਚਾਹੁੰਦਾ ਸੀ। ਕਹਿੰਦਾ ਮੈਂ ਕਾਰਪੋਰੇਸ਼ਨ ਦੇ ਨਗਰ ਨਿਗਮ ਦੇ ਕਿਸੇ ਦਫ਼ਤਰ 'ਚ ਗਿਆ, ਮੈਂ ਉਹਨੂੰ ਦੱਸਿਆ ਕਿ ਮੇਰੇ ਕੋਲ ਇੰਨੀ ਜ਼ਮੀਨ ਹੈ ਔਰ ਮੈਂ ਇਹਦੀ ਕਲੋਨੀ ਕੱਟਣਾ ਚਾਹੁੰਦਾ ਇੱਥੇ। ਉਹ ਅਫਸਰ ਅੱਗੋਂ ਨੂੰ ਕਹਿੰਦਾ ਕਿਹੜੇ ਪੰਗੇ 'ਚ ਪੈਣ ਲੱਗਾ, ਛੱਡ ਪਰੇ ਰਹਿਣ ਦੇ, ਮੈਂ ਹੀ ਦੇਖਣਾ, ਤੂੰ ਚਿੰਤਾ ਨਾ ਕਰ। ਇਹੀ ਸਾਡੀ ਬੜੀ ਮੰਦਭਾਗੀ ਗੱਲ ਹੈ। ਮੇਰਾ ਅੱਜ ਤੁਹਾਡੀ ਇੰਟਰਵਿਊ ਕਰਨ ਦਾ ਕਾਰਨ ਹੀ ਇਹ ਹੀ ਹੈ, ਅਫਸਰ ਕਰ ਕੀ ਰਹੇ ਨੇ। ਦੇਖੋ ਇਹਦੇ 'ਚ ਅੱਜ ਨਾ ਇੱਕ ਸਾਨੂੰ ਜਿਹੜਾ ਵਿਸ਼ਾ ਹੈ, ਇੱਕ ਤੈਨੂੰ ਕਲੀਅਰ ਕਰੀਏ ਆਪਾਂ। ਇਹ ਜਿਹੜਾ ਵਿਸ਼ਾ ਅੱਜ ਜੋ ਵਿਸ਼ਾ ਬਣ ਗਿਆ, ਇਹ ਮਾਤਰ ਕੋਈ ਕੋਲੋਨਾਈਜ਼ਰਾਂ ਦਾ ਤੇ ਅਫਸਰਾਂ ਦਾ ਵਿਸ਼ਾ ਨਹੀਂ ਰਹਿ ਗਿਆ, ਇਹ ਡੀਲਰਾਂ ਦਾ ਵਿਸ਼ਾ ਨਹੀਂ ਰਹਿ ਗਿਆ।
ਡੀਲਰ ਤੇ ਇੱਕ ਮਾਧਿਅਮ ਹੈ, ਉਹਨੇ ਤੁਹਾਡਾ ਪਲਾਟ ਇਹਨੂੰ ਵੇਚਣਾ ਹੈ, ਤੁਹਾਡਾ ਮਕਾਨ ਇਹਨੂੰ ਵੇਚਣਾ ਹੈ, ਉਹਨੇ ਆਪਣੀ ਆੜਤ ਲੈਣੀ ਹੈ, ਜਿਵੇਂ ਆੜਤੀ ਆੜਤ ਲੈਣੀ। ਕੋਲੋਨਾਈਜ਼ਰ ਕੋਲ ਵੀ ਜੇ ਤੇ ਕੋਈ ਚੰਗਾ ਸੌਖਾ ਹੈ, ਉਹ ਵੀ 5-4 ਸਾਲ ਆਪਦਾ ਰੋਟੀ ਕਮਾ ਲੂਗਾ, ਖਾ ਲੂਗਾ। ਲੇਕਿਨ ਜਿਹੜਾ ਆਮ ਵਰਗ ਦੇ ਵਿੱਚ ਪਿਸਣ ਲੱਗ ਗਿਆ, ਅੱਜ ਜਿਹੜਾ ਵੀ ਬੰਦਾ ਜਿਹਨੇ ਉੱਥੇ ਵਸੋਂ ਕਰਨੀ ਹੈ ਜਾਂ ਕੀਤੀ ਹੋਈ ਹੈ, ਆਪਾਂ ਨਾ ਤਾਂ 95 ਵਾਲੇ ਛੱਡੇ, ਉਹਨਾਂ ਨੂੰ ਵੀ ਕਹਿਤਾ ਸਬ ਡਿਵੀਜ਼ਨ ਅਲਾਉਡ ਨਹੀਂ। 99% ਕੇਸਾਂ 'ਚ ਸਬ ਡਿਵੀਜ਼ਨ ਹੋਈ ਆ ਪੁਰਾਣੀਆਂ ਕਲੋਨੀਆਂ ਦੇ ਵਿੱਚ। ਉਹਦਾ ਕਾਰਨ ਕੀ ਹੈ ਕਿ ਪਹਿਲਾਂ ਪਲਾਟ ਵੱਡੇ ਕੱਟੇ ਜਾਂਦੇ ਸੀ, ਪਹਿਲਾਂ ਵੱਡੇ ਘਰਾਂ 'ਚ ਲੋਕ ਰਹਿੰਦੇ ਸੀ, ਫਿਰ ਜਿਵੇਂ ਜਿਵੇਂ ਉਹਨਾਂ ਦੀ ਫੈਮਿਲੀ ਅੱਗੇ ਵੱਧਦੀ ਗਈ, ਪਹਿਲਾਂ ਇੱਕ ਪਿਓ ਸੀ, ਉਹਦੇ 2 ਮੁੰਡੇ ਸੀ, 3 ਮੁੰਡੇ ਸੀ, ਪਹਿਲਾਂ ਤਾਂ ਉਹਨਾਂ 'ਚ ਵੰਡੀਆਂ ਪਈਆਂ, ਫਿਰ ਉਹਨਾਂ ਦੇ ਗਾਂ 2-2 ਬੱਚੇ ਸੀ, ਫਿਰ ਉਹਨਾਂ 'ਚ ਵੰਡੀਆਂ ਪਈਆਂ। ਉਹ ਵੰਡੀਆਂ ਤਾਂ ਫਿਰ ਕਿਹੜਾ ਕੋ ਸਾਰੇ ਲੈਂਡਲੋਰਡ ਸੀ, ਉਹ ਘਰ ਹੀ ਛੋਟੇ ਹੁੰਦੇ ਆਏ। ਇਹ ਜਾਣ ਕੇ ਇਹਨਾਂ ਨੇ ਸ਼ਰਤ ਲਾਈ ਵੀ ਸਬ ਡਿਵੀਜ਼ਨ ਨਾਲ ਉਹ ਵੀ ਉਲਝਾ ਲਓ। ਆਪਾਂ ਨੂੰ ਜਦੋਂ ਜਿਹੜੇ ਰਾਈਟ ਨੇ ਉਹਨਾਂ ਨੂੰ ਅਲੱਗ ਕਰਨਾ ਪਏਗਾ, ਜਿਹੜੇ ਰੋਂਗ ਨੇ ਉਹਨਾਂ ਨੂੰ ਅਲੱਗ ਕਰਨਾ ਪਏਗਾ। ਜਦੋਂ ਰਾਈਟ ਤੇ ਰੋਂਗ ਨੂੰ ਮਿਕਸ ਕਰ ਦਿੰਦੇ ਆ, ਫਿਰ ਨਾ ਆਪਾਂ ਰੋਂਗ ਦਾ ਕੁਝ ਕਰ ਸਕਦੇ ਆ, ਰਾਈਟ ਦਾ ਤੇ ਵਿੱਚ ਹੀ ਆਪੇ ਪੀਸੇ ਜਾਂਦੇ ਆ। ਹੁਣ ਆਪਾਂ ਸਬ ਡਿਵੀਜ਼ਨ ਨਾਲ 95 ਤੋਂ ਪੁਰਾਣੇ ਵਾਲੇ ਉਲਝਾ ਲਏ, ਆਪਾਂ ਗਰਦੌਰੀ ਦੇ ਚੱਕਰ 'ਚ ਐਗਰੀਕਲਚਰ ਉਲਝਾ ਲਿਆ। ਅੱਜ ਸਾਡੇ ਲੁਧਿਆਣੇ ਬੜੀ ਵੱਡੀ ਪ੍ਰੋਬਲਮ ਆ ਰਹੀ ਹੈ, ਇੰਡਸਟਰੀਲਿਸਟ ਏਰੀਆ। ਇੰਡਸਟਰੀ ਵਾਲਾ ਕਿਸੇ ਫੋਕਲ ਪੁਆਇੰਟ ਦੀ ਜ਼ਮੀਨ ਨਹੀਂ ਖਰੀਦਦਾ। 10,000 ਰੁਪਏ, 12,000 ਰੁਪਏ, 15,000 ਰੁਪਏ ਗਜ ਪਲਾਟ ਨੇ ਇੰਡਸਟਰੀਅਲ ਜਿਹੜੇ ਫੋਕਲ ਪੁਆਇੰਟ, ਔਰ ਇੰਨੇ ਟੋਏ ਨੇ, ਫੈਸਿਲਿਟੀ ਕੋਈ ਹੈ ਨਹੀਂ। ਅਗਲਾ ਕਹਿੰਦਾ ਚੱਲ ਮੈਂ ਬਾਹਰ ਜਾ ਕੇ ਕਿਸੇ ਮੇਨ ਰੋਡ ਤੇ ਕਿਸੇ ਰਾਹ ਤੇ 2 ਕਿੱਲੇ ਜ਼ਮੀਨ ਖਰੀਦ ਲਈ, 5 ਕਿੱਲੇ ਜ਼ਮੀਨ ਖਰੀਦ ਲਈ, ਜਿੰਨੇ ਉਹਨੇ ਇੰਡਸਟਰੀ ਲਾਉਣੀ ਹੈ। ਹੁਣ ਜਦੋਂ ਉਹਨੇ ਇੰਡਸਟਰੀ ਜ਼ਮੀਨ ਖਰੀਦਣੀ ਹੈ, ਰਜਿਸਟਰੀ ਹੋਣ ਦੇ 3-4 ਕੋਡ ਹੁੰਦੇ ਨੇ। ਇੱਕ ਹੁੰਦਾ ਕਮਰਸ਼ੀਅਲ, ਇੱਕ ਹੁੰਦਾ ਰੈਜ਼ੀਡੈਂਸ਼ੀਅਲ, ਇੱਕ ਹੁੰਦਾ ਖੇਤੀਬਾੜੀ ਤੇ ਇੱਕ ਹੁੰਦਾ ਇੰਡਸਟਰੀਅਲ। ਜਿੱਥੇ ਜ਼ਿਆਦਾਤਰ ਇੰਡਸਟਰੀਅਲ ਏਰੀਏ ਵਸ ਗਏ ਨੇ, ਕਿਉਂਕਿ ਐਗਰੀਕਲਚਰ ਦੀ ਕਲੈਕਟਰ ਰੇਟ ਸਭ ਤੋਂ ਘੱਟ ਹੁੰਦਾ, ਉਸ ਤੋਂ ਬਾਅਦ ਇੰਡਸਟਰੀਅਲ ਦਾ ਹੁੰਦਾ, ਉਸ ਤੋਂ ਬਾਅਦ ਰੈਜ਼ੀਡੈਂਸ਼ੀਅਲ ਦਾ ਹੁੰਦਾ, ਉਸ ਤੋਂ ਉੱਪਰ ਫਿਰ ਕਮਰਸ਼ੀਅਲ ਦਾ ਹੁੰਦਾ। ਇਹ ਕਲੈਕਟਰ ਰੇਟ ਦਾ, ਇਹਦੇ ਨਾਲ ਗਵਰਨਮੈਂਟ ਦਾ ਰੈਵਨਿਊ ਵੱਧਦਾ। ਉਹ ਰੈਵਨਿਊ ਵੱਧ ਦੇ ਕੇ ਉਹਨੇ ਇੰਡਸਟਰੀਅਲ ਦੇ ਵਿੱਚ ਕੋਡ ਦੇ ਵਿੱਚ ਰਜਿਸਟਰੀ ਕਰਾ ਲਈ। ਹੁਣ ਉਹਦਾ ਪਲਾਟ ਇਲੀਗਲ ਹੋ ਗਿਆ। ਉਹ ਕਿਸ ਤਰ੍ਹਾਂ? ਕਿਉਂਕਿ ਉਹਨੇ ਸਰਕਾਰ ਨੂੰ ਖੇਤੀਬਾੜੀ ਦੀ ਰਜਿਸਟਰੀ ਕਰਾਉਣ ਦੀ ਬਜਾਏ ਇੰਡਸਟਰੀਅਲ ਕੋਡ 'ਚ ਕਰਾ ਲਈ। ਹੁਣ ਉਹਦਾ ਇਲੀਗਲ ਹੋ ਗਿਆ। ਹੁਣ ਇਲੀਗਲ ਹੋ ਗਿਆ ਤੇ ਨਾ ਉਹਨੂੰ ਸੀਐਲ ਹੀ ਹੋਣਾ, ਨਾ ਉਹਨੂੰ ਮੀਟਰ ਲੱਗਣਾ, ਉਹਨੂੰ ਕੁਝ ਨਹੀਂ ਹੋਣਾ। ਇਹ ਜਿਹੜੀਆਂ ਗੱਲਾਂ ਨੇ, ਫੈਕਟਰੀਆਂ ਤਾਂ ਵਸੀਆਂ ਨੇ ਇਦਾਂ, ਕਿਸੇ ਵੀ ਕੋਡ 'ਚ ਕਰਾਈਆਂ ਹੋਣ, ਮੀਟਰ ਵੀ ਲੱਗਦੇ ਗਏ ਤੇ ਫੈਕਟਰੀ ਵੀ। ਦੇਖੋ ਪਹਿਲੇ ਜੋ ਲੱਗਦਾ ਗਿਆ, ਜੋ ਸਰਕਾਰ, ਦੇਖੋ ਜੋ ਸਰਕਾਰਾਂ ਚਾਹੁੰਦੀਆਂ ਨੇ ਉਹ ਉਹਨਾਂ ਦੀ ਮਰਜ਼ੀ ਤੋਂ ਬਗੈਰ ਕੁਝ ਨਹੀਂ ਹੁੰਦਾ। ਇੱਕ ਇੱਟ ਵੀ ਨਹੀਂ ਲੱਗਦੀ ਉਹਨਾਂ ਦੀ ਮਰਜ਼ੀ ਤੋਂ ਬਗੈਰ। ਜੋ ਉਹਨਾਂ ਨੇ ਚਾਹਿਆ, ਲੋਕ ਤੇ ਅੱਜ ਜਿਵੇਂ ਇਹਨਾਂ ਕੋਲ ਅਸੀਂ ਹੱਥ ਬੰਨੀ ਖੜੇ ਆ, ਅਸੀਂ ਪਹਿਲਾਂ ਉਹਨਾਂ ਕੋਲ ਹੱਥ ਬੰਨੀ ਖੜੇ ਸੀ। ਜਦੋਂ ਇਲੈਕਸ਼ਨ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਲੁਧਿਆਣੇ ਆਏ ਸੀ। ਤੁਸੀਂ ਗਏ ਸੀ? ਗਏ ਸੀ ਜੀ। ਕੀ ਸਵਾਲ ਪੁੱਛਿਆ ਸੀ? ਸਵਾਲ ਉਹ ਪੁੱਛਦੇ, ਕਿਸੇ ਨੂੰ ਪੁੱਛਣ ਨਹੀਂ ਦਿੰਦੇ। ਜਿੰਨੀਆਂ ਵੀ ਪੋਲੀਟੀਕਲ ਰੈਲੀਆਂ ਇਹਨਾਂ ਦੀਆਂ ਹੋਈਆਂ, ਇਹਨਾਂ ਨੇ ਲੋਕ ਬੁਲਾਏ, ਵੱਖ-ਵੱਖ ਬਾਏ ਕਾਰਡ ਬੁਲਾਏ, ਬਾਏ ਨੇਮ ਬੁਲਾਏ, ਪਾਰਕ ਪਲਾਜ਼ਾ ਦੇ ਵਿੱਚ ਮੀਟਿੰਗਾਂ ਹੋਈਆਂ। ਸਾਨੂੰ ਛੱਡੋ, ਕਿਸੇ ਨੇ ਕੁਝ ਨਹੀਂ ਪੁੱਛਿਆ। ਇਹਨਾਂ ਨੇ ਆਪਣੇ ਲੈਕਚਰ ਦਿੱਤੇ ਕਿ ਹਮ ਇਹ ਕਰਾਂਗੇ, ਉਹ ਕਰਾਂਗੇ। ਅੱਜ ਹੋ ਕੀ ਰਿਹਾ? ਹੁਣ ਪਹਿਲਾ ਏਮ ਸੀ ਆਪਾਂ ਪੰਜਾਬ ਫਤਿਹ ਕਰਨਾ, ਹੁਣ ਦੂਜਾ ਏਮ ਹੈ ਆਪਾਂ ਹਿਮਾਚਲ ਫਤਿਹ ਕਰਨਾ, ਫਿਰ ਗੁਜਰਾਤ ਫਤਿਹ ਕਰਨਾ, ਫਿਰ ਆਪਾਂ ਪ੍ਰਧਾਨ ਮੰਤਰੀ ਬਣਨਾ। ਬਣੋ, ਅਸੀਂ ਕਹਿੰਦਾ ਠੀਕ ਹੈ, ਜਿਹੜੇ ਚੰਗੇ ਬੰਦੇ ਅੱਗੇ ਆਉਣੇ ਚਾਹੀਦੇ ਨੇ, ਪਰ ਜਿਨ੍ਹਾਂ ਨੂੰ ਤੁਸੀਂ ਹੁਣ ਜਿੱਤ ਲਿਆ, ਉਹ ਪ੍ਰਜਾ ਦਾ ਕੁਛ ਤਾਂ ਹਾਲ ਸੁਣੋ। ਸਭ ਤੋਂ ਵੱਡੀ ਪ੍ਰੋਬਲਮ ਕੀ ਇਸ ਵੇਲੇ ਆ ਰਹੀ ਹੈ? ਪੁਰਾਣੀਆਂ ਸਰਕਾਰਾਂ ਦੇ ਵਿੱਚ ਜੇ ਸਾਨੂੰ ਕੋਈ ਦਿੱਕਤ ਆਉਂਦੀ ਸੀ, ਅਸੀਂ ਆਪਣੇ ਚੁਣੇ ਹੋਏ ਨੁਮਾਇੰਦੇ ਕੋਲ ਜਾਂਦੇ ਸੀ। ਜੇ ਉਹ ਮੰਤਰੀ ਨਹੀਂ ਹੁੰਦਾ ਸੀ, ਉਹ ਗਾਂ ਆਪਣਾ ਕੋਈ ਜਿਹੜਾ ਮੰਤਰੀ ਹੁੰਦਾ ਸੀ, ਉਹਨਾਂ ਗੱਲ ਕਰਦਾ ਸੀ, ਸਰਕਾਰ ਤੱਕ ਗੱਲ ਪਹੁੰਚ ਜਾਂਦੀ ਸੀ। ਇੱਥੇ ਤੇ ਭਗਵੰਤ ਮਾਨ ਸਾਹਿਬ ਨੇ ਅਸੀਂ ਇੰਨੀ ਰੈਲੀਆਂ ਕੀਤੀਆਂ, ਇੰਨਾ ਸਭ ਕੁਝ ਕੀਤਾ, ਪ੍ਰਦਰਸ਼ਨ ਕੀਤਾ, ਟਾਈਮ ਦੇ ਕੇ ਬੁਲਾ ਲਿਆ, ਉੱਥੇ ਹੀ ਫਿਰਦੇ ਰਹੇ, ਮਿਲੇ ਹੀ ਨਹੀਂ। ਜੇ ਦੇਖੋ ਮੇਰੀ ਗੱਲ ਸੁਣੋ, ਆਪਾਂ ਇਹ ਜਿਹੜਾ ਪ੍ਰੋਬਲਮ ਹੈ, ਸਰਕਾਰ ਨੂੰ ਕੀ ਚਾਹੀਦਾ? ਸਰਕਾਰ ਚਾਹੁੰਦੀ ਹੈ ਰੈਵਨਿਊ। ਰਜਿਸਟਰੀਆਂ ਬੰਦ ਕਰਕੇ ਰੈਵਨਿਊ ਆ ਰਿਹਾ ਹੈ ਕਿ ਰੈਵਨਿਊ ਖਤਮ ਹੋ ਰਿਹਾ? ਰੈਵਨਿਊ ਬੰਦ ਹੋ ਰਿਹਾ। ਰੈਵਨਿਊ ਬੰਦ ਹੋ ਗਿਆ। ਜੇ ਆਪਾਂ ਐਨਓਸੀ ਦੇਣੀ ਸੀ, ਜੇ ਐਨਓਸੀ ਨਹੀਂ ਦੇ ਰਹੀ, ਉਹਦੇ ਨਾਲ ਰੈਵਨਿਊ ਵੱਧ ਰਿਹਾ ਕਿ ਘਟ ਰਿਹਾ? ਅੱਜ 11% ਰੇਟ ਹੋ ਗਿਆ ਐਨਓਸੀ ਦਾ। ਜੇ ਅੱਜ ਇੱਕ ਬੰਦਾ ਰਜਿਸਟਰੀ ਕਰਾਏਗਾ ਤੇ 6% ਸਟਾਂਪ ਡਿਊਟੀ ਤੇ 11% ਐਨਓਸੀ ਦਾ ਖਰਚਾ, 17% ਰੈਵਨਿਊ ਸਰਕਾਰ ਦੇ ਪੱਖ ਤੋਂ ਦੇਖਾਂ ਤੇ ਸਰਕਾਰ ਨੂੰ ਆ ਸਕਦਾ। ਸਰਕਾਰ ਲੈਣਾ ਨਹੀਂ ਚਾਹੁੰਦੀ, ਫਿਰ ਆਪਾਂ ਰੈਵਨਿਊ ਕਿੱਥੋਂ? ਕੀ ਕਾਰਨ ਕੀ ਹੈ? ਸਰਕਾਰ ਇਹਦਾ ਕਿਉਂ ਕਰ ਰਹੀ ਹੈ? ਨਾ ਸਮਝੀ। ਇੱਕ ਅਫਸਰ ਕੋਲ ਜਦੋਂ ਇੱਕ ਬੰਦਾ ਕੋਈ ਵੀ ਦਰਖਾਸਤੀ ਆਉਂਦਾ, ਆਪਣੀ ਕੋਈ ਦਰਖਾਸਤ ਲੈ ਕੇ, ਉਹ ਕਦੀ ਵੀ ਇੱਕ ਬੰਦੇ ਦਾ ਪੱਖ ਸੁਣ ਕੇ ਫੈਸਲਾ ਨਹੀਂ ਕਰਦਾ। ਔਰ ਇਹ ਤਾਂ ਸਰਕਾਰ ਹੈ,
ਅੱਜ ਯੂਨੀਵਰਸਿਟੀ ਵਾਲੇ ਸਟੂਡੈਂਟ ਸੜਕਾਂ ਤੇ ਨੇ, ਅੱਜ ਮਾਈਨਿੰਗ ਵਾਲੇ ਸਾਰੇ ਸੜਕਾਂ ਤੇ ਨੇ। ਮਾਈਨਿੰਗ ਤੋਂ ਤੁਹਾਡੀ ਗੱਲ ਮੈਨੂੰ ਚੇਤੇ ਆਈ ਕਿ ਰੇਤਾ ਬਜਰੀ ਚੀਜ਼ ਮਿਲ ਕਿਉਂ ਨਹੀਂ ਰਹੀ? ਮਿਲ ਇਸ ਕਰਕੇ ਨਹੀਂ ਰਹੀ, ਇੱਕ ਸਰਕਾਰ ਦਾ ਸਭ ਤੋਂ ਵੱਡਾ ਫੇਲੀਅਰ ਇਸ ਵੇਲੇ ਕੀ ਹੈ, ਕੋਈ ਵੀ ਸੈਕਟਰ ਦਾ ਜੋ ਵੀ ਨਵੀਂ ਪਾਲਿਸੀ ਬਣਾ ਕੇ ਜਿਹੜਾ ਵੀ ਮੈਕੈਨਿਜ਼ਮ ਗਵਰਨਮੈਂਟ ਲਿਆਉਣਾ ਚਾਹੁੰਦੀ ਹੈ, ਲਾਗੂ ਕਰਨਾ ਚਾਹੁੰਦੀ ਹੈ, ਜਦੋਂ ਤੱਕ ਉਹ ਮੈਕੈਨਿਜ਼ਮ ਐਸਟੈਬਲਿਸ਼ ਨਹੀਂ ਹੋ ਜਾਂਦਾ ਉਦੋਂ ਤੱਕ ਮੌਜੂਦਾ ਵਿਵਸਥਾਵਾਂ ਨੂੰ ਬੰਦ ਕਰਨ ਵਾਲਾ ਸਭ ਕੁਝ ਹੋ ਰਿਹਾ ਹੈ। ਗੱਲ ਇਹ ਹੈ, ਅੱਜ ਕੋਈ ਹਾਈਵੇ ਬਣਾਉਣਾ ਹੋਵੇ ਤੇ ਹਾਈਵੇ ਬੰਦ ਕਰਕੇ ਹਾਈਵੇ ਕਦੀ ਨਹੀਂ ਬਣਦੇ, ਪਹਿਲਾਂ ਉਹਦੀ ਸਲਿੱਪ ਰੋਡ ਬਣਾਈ ਜਾਂਦੀ ਹੈ, ਫੇਰ ਪੱਟਣਾ ਸ਼ੁਰੂ ਕਰੀਦਾ। ਇਹ ਸਰਕਾਰ ਦੀ ਨਾਕਾਮੀ ਹੈ ਇਸ ਗੱਲ ਦੇ ਵਿੱਚ ਕਿ ਪਹਿਲਾਂ ਤਾਂ ਨੀਤੀਆਂ ਸੰਬੰਧਿਤ ਵਰਗਾਂ ਨੂੰ ਨਾਲ ਲੈ ਕੇ ਬਣਾਓ। ਦੂਜੀ ਗੱਲ, ਜਿੰਨੀ ਦੇਰ ਤੱਕ ਨੀਤੀਆਂ ਨਹੀਂ ਬਣਦੀਆਂ 6 ਮਹੀਨੇ ਕੋਈ ਗੱਲ ਨਹੀਂ, ਕੁਝ ਨਹੀਂ ਹੁੰਦਾ। ਕਿਤੇ ਜੇ ਤੁਸੀਂ ਮੰਨ ਲਓ ਕੋਈ ਫੜਨੇ ਨੇ, ਤੁਸੀਂ ਕਲਪ੍ਰਿਟ ਫੜਨੇ ਨੇ, ਤੁਸੀਂ ਭ੍ਰਿਸ਼ਟਾਚਾਰੀ ਫੜਨੇ ਨੇ, ਉਹਨਾਂ ਦਾ ਰਿਕਾਰਡ ਇੱਥੇ ਹੀ ਹੈ, ਕਿਤੇ ਚਲਾ ਗਿਆ। ਤੁਹਾਡੇ ਕੋਲ 5 ਸਾਲ ਨੇ ਜਿਹੜਾ ਮਰਜ਼ੀ ਫੜ ਕੇ ਅੰਦਰ ਦੇ ਲਿਓ, ਲੇਕਿਨ ਕਿਸੇ ਦੇ ਅੰਦਰ ਜਾਣ ਨਾਲ ਮੇਰੀ ਰੋਟੀ ਥੋੜੀ ਚੱਲ ਪਈ ਹੈ, ਮੇਰੇ ਬੱਚੇ ਦੇ ਸਕੂਲ ਦੀ ਫੀਸ ਥੋੜੀ ਦਿੱਤੀ ਗਈ। ਅੱਜ ਕੋਈ ਮੰਤਰੀ ਅੰਦਰ ਚਲਾ ਗਿਆ ਤੇ ਅੱਜ ਤੁਸੀਂ ਕੋਈ ਅਫਸਰ ਫੜ ਕੇ ਅੰਦਰ ਦੇ ਦਿੱਤਾ ਤੇ ਮੇਰੇ ਬੈਂਕ ਨੇ ਮੇਰੀ ਕਿਸ਼ਤ ਥੋੜੀ ਮਾਫ ਕਰ ਦਿੱਤੀ ਹੈ। ਤੁਸੀਂ ਅਮਨ ਅਰੋੜਾ ਜੀ ਨੂੰ ਮਿਲ ਕੇ ਆਏ ਹੋ, ਉਹਨਾਂ ਨੇ ਤੁਹਾਨੂੰ ਕੀ ਜਵਾਬ ਦਿੱਤਾ? ਉਹਨਾਂ ਨੇ ਸਾਨੂੰ ਰਟਿਆ ਪਿਟਿਆ ਇੱਕੋ ਜਵਾਬ ਦਿੱਤੇ ਨੇ ਕਿ ਪਾਲਿਸੀ ਆ ਰਹੀ ਹੈ। ਮੈਂ ਜਿਹੜੀ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਪਾਲਿਸੀ ਕਿਹੜੀ ਆ ਰਹੀ ਹੈ, ਕਿ ਪੋਲੀਓ ਦੀ ਬੂੰਦਾਂ ਪਿਆਣੀਆਂ ਨੇ ਸਾਰੇ ਪ੍ਰਾਪਰਟੀ ਡੀਲਰਾਂ ਨੂੰ, ਕਿਹੜੀ ਪਾਲਿਸੀ ਆ ਰਹੀ ਹੈ, ਕੀ ਸਾਨੂੰ ਕਰੋਨਾ ਦੇ ਟੀਕੇ ਲਵਾਉਣੇ ਨੇ? ਗੱਲ ਇਹ ਹੈ, ਤੁਸੀਂ ਗੱਲਾਂ ਤੋਂ ਇਦਾਂ ਲੱਗ ਰਿਹਾ ਵੀ ਤੁਸੀਂ ਭਰੇ ਹੋਏ ਹੋ। ਭਰੇ ਦੇਖੋ, ਮੈਂ ਅੱਜ ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਜੀ, ਔਰ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਲੋਕ ਵਿਚਾਰੇ ਮੈਨੂੰ ਆਪਣਾ ਦੁੱਖ ਦੱਸਦੇ ਨੇ, ਦੇਖੋ ਪ੍ਰਾਪਰਟੀ ਪੰਜਾਬ 'ਚ ਕੀ ਹੈ, ਸਾਡੇ ਕੋਲ ਜ਼ਮੀਨ ਹੀ ਹੈ। ਹਰ ਬੰਦੇ ਦੀ ਅੱਜ ਤੇ ਤੁਸੀਂ ਕੋਈ ਹੈਸੀਅਤ ਕੈਲਕੂਲੇਟ ਕਰੋਗੇ ਤੇ ਉਹ ਹੈਸੀਅਤ ਦਾ ਮੇਜਰ ਪਾਰਟ ਉਹਦੀ ਪ੍ਰਾਪਰਟੀ ਹੁੰਦੀ, ਉਹਦੀ ਜਾਇਦਾਦ ਹੁੰਦੀ ਹੈ। ਔਰ ਅਸੀਂ ਆਪਣੇ ਸਾਰੇ ਔਖੇ ਮਾੜੇ ਜਿਹੜੇ ਸਮੇਂ ਨੇ, ਵੱਡੇ ਕਾਰਜ ਨੇ, ਬੱਚੇ ਦੀ ਸ਼ਾਦੀ ਹੈ, ਬੱਚੇ ਨੇ ਪੜ੍ਹਨ ਜਾਣਾ ਹੈ, ਕੋਈ ਹਾਇਰ ਸਟੱਡੀ ਕਰਨੀ ਹੈ, ਕਿਸੇ ਦੀ ਵੱਡੀ ਬਿਮਾਰੀ ਹੈ, ਹਮੇਸ਼ਾ ਆਪਣੀ ਜਾਇਦਾਦ ਤੋਂ ਪੂਰੇ ਕਰਦੇ ਆ। ਅੱਜ ਤੁਸੀਂ ਆ ਗਏ, ਤੁਸੀਂ ਕਿਹਾ ਜੀ ਸਾਰਾ ਕੁਝ ਹੀ ਬੰਦ। ਇਹ ਬੰਦ ਕਰਨਾ ਵਾਸਤੇ ਸਰਕਾਰਾਂ ਨਹੀਂ ਬਣਦੀਆਂ, ਚਲਾਉਣ ਲਈ ਸਰਕਾਰਾਂ ਆਉਂਦੀਆਂ। ਇੱਕ ਗੱਲ ਦੱਸੋ, ਤੁਸੀਂ ਜੋ ਗੱਲਾਂ ਦੱਸੀਆਂ ਨੇ ਵਿਸਤਾਰਪੂਰਵਕ, ਕਲੋਨਾਈਜ਼ਰ ਕੀ ਚਾਹੁੰਦਾ, ਸਰਕਾਰ ਨੂੰ ਕਰਨਾ ਕੀ ਚਾਹੀਦਾ? ਸਾਨੂੰ ਇੱਕ, ਮੈਂ ਚਾਹੁੰਦਾ ਕਿ ਜਿਹੜੇ ਸਾਨੂੰ ਦੇਖ ਰਹੇ ਹੋ, ਸੁਣ ਰਹੇ ਹਨ, ਉਹ ਜਾਣਨ ਵੀ ਸਰਕਾਰ ਨੂੰ ਕਰਨਾ ਕੀ ਚਾਹੀਦਾ ਵਾ। ਸਰਕਾਰ ਤਾਂ ਨਹੀਂ ਕਰ ਰਹੀ, ਸਟਕ ਹੋ ਗਈ, ਰੇਤਾ ਬਜਰੀ ਮਿਲ ਨਹੀਂ ਰਹੀ, ਕੰਸਟਰਕਸ਼ਨ ਚੱਲ ਨਹੀਂ ਰਹੀ, ਕਲੋਨੀਆਂ ਰੁਕੀਆਂ ਹੋਈਆਂ, ਰਜਿਸਟਰੀਆਂ ਰੁਕੀਆਂ ਹੋਈਆਂ, ਕੀ ਕਰਨਾ ਚਾਹੀਦਾ? ਦੇਖੋ ਐਸਾ ਹੈ, ਪਹਿਲਾਂ ਸਿੰਗਲ ਵਿੰਡੋ ਪਾਲਿਸੀ ਬਾਰੇ ਗੱਲ ਕਰਾਂ। ਦੇਖੋ ਐਸਾ, ਪਹਿਲਾਂ ਆਪਾਂ ਗੱਲ ਕਰੀਏ ਆਮ ਬੰਦੇ ਦੀ, ਫਿਰ ਵਰਗਾਂ ਤੇ ਆਵਾਂਗੇ, ਕਿਉਂਕਿ ਆਮ ਬੰਦੇ ਦੇ ਵਿੱਚ ਮੈਂ ਵੀ ਆ ਗਿਆ, ਤੁਸੀਂ ਵੀ ਆ ਗਏ, ਸਭ ਜਿਹੜੀ ਕਿ ਸਰਕਾਰ ਸਿੰਗਲ ਵਿੰਡੋ ਪਾਲਿਸੀ ਦੇਵੇ। ਸਿੰਗਲ ਵਿੰਡੋ, ਦੇਖੋ ਪਾਲਿਸੀ ਦੀ ਗੱਲ ਤੇ ਆਈਏ ਪਹਿਲਾਂ। ਇਸ ਵੇਲੇ ਕੀ ਹੋਇਆ, ਆਪਾਂ ਕਿਹਾ ਕਿ ਐਨਓਸੀ ਤੋਂ ਬਗੈਰ ਰਜਿਸਟਰੀਆਂ ਨਹੀਂ ਹੋਣਗੀਆਂ। ਪਹਿਲਾਂ ਤੇ ਇਹ ਕਲੈਰਿਟੀ ਕਰਨ ਦੀ ਲੋੜ ਹੈ ਕਿ ਐਨਓਸੀ ਕਿਤੇ ਤੇ ਲੱਗਦੀ ਹੈ ਔਰ ਕਿਤੇ ਤੇ ਐਨਓਸੀ ਨਹੀਂ ਲੱਗਦੀ। ਜਿਹੜੀ ਚਿੱਠੀ ਆਲਰੇਡੀ ਤੁਸੀਂ ਕੱਢੀ ਆ ਉਹ ਇਨਕੰਪੀਟੈਂਟ ਹੈ, ਉਹਨੇ ਬੜੇ ਸਾਰੀਆਂ ਐਸੀਆਂ ਚੀਜ਼ਾਂ ਛੱਡ ਦਿੱਤੀਆਂ ਜਿਹਦੇ ਤੇ ਐਨਓਸੀ ਲਾ ਦਿੱਤੀ, ਜਿਹਦੇ ਤੇ ਐਨਓਸੀ ਨਹੀਂ ਲੱਗਦੀ। ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ 95 ਤੋਂ ਪੁਰਾਣੀਆਂ ਕਲੋਨੀਆਂ ਨੂੰ ਵੀ ਸਬ ਡਿਵੀਜ਼ਨ 'ਚ ਉਲਝਾ ਲਿਆ। ਇਸੇ ਤਰ੍ਹਾਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ, ਤਾਂ ਤੁਸੀਂ ਮੈਨੂੰ ਸਾਰੀ ਦੱਸ ਰਹੇ ਹੋ, ਤੁਹਾਡੇ ਹਿਸਾਬ ਨਾਲ ਅੱਜ ਤੁਸੀਂ ਕੀ ਸੋਚਦੇ ਹੋ ਸਰਕਾਰ ਕੀ ਕਰਨ ਵਾਲੀ ਹੈ? ਮੈਂ ਇਹ ਸੋਚਦਾ ਵੀ ਸਰਕਾਰ ਨੂੰ ਹਲੇ ਕੁਝ ਪਤਾ ਹੀ ਨਹੀਂ ਕਿ ਉਹ ਕੀ ਕਰਨ ਵਾਲੀ ਹੈ। ਉਹਦਾ ਕਾਰਨ ਮੈਂ ਦੱਸਦਾ ਤੁਹਾਨੂੰ, ਜੋ ਅਸੀਂ ਫੀਲ ਕੀਤਾ। ਜਿਹੜੀਆਂ ਡਿਸੀਜਨ ਲੈਣ ਵਾਲੀਆਂ ਪਾਵਰਾਂ ਨੇ ਉਹ ਸਾਰੀਆਂ ਦਿੱਲੀ ਨੇ, ਇੱਥੇ ਕਿਸੇ ਕੋਲ ਕੋਈ ਡਿਸੀਜਨ ਲੈਣ ਦਾ ਹੱਕ ਨਹੀਂ। ਹਰ ਵਪਾਰੀ ਵਰਗੇ ਗੱਲ ਕਹਿਣਾ ਚਾਹੁੰਦਾ, ਬਿਲਕੁਲ ਕਹਿ ਰਿਹਾ। ਮੈਂ ਤੁਹਾਨੂੰ ਇਹ ਪੁੱਛਾਂ, ਅੱਜ ਮੈਂ ਇਹ ਗੱਲ ਕਹਿ ਸਕਦਾ, ਤੁਸੀਂ ਅੱਜ ਚਾਹੇ ਆਪਣੇ ਦੋਸਤ ਨੂੰ ਫੋਨ ਕਰ ਲਿਓ ਪੰਜਾਬ 'ਚ ਕਿਤੇ ਵੀ, ਜਾਂ ਦੁਸ਼ਮਣ ਨੂੰ ਕਰ ਲਿਓ, ਅੱਜ ਪਹਿਲੀ ਵਾਰੀ ਹੋਏਗਾ ਵੀ ਉਹਨਾਂ ਦੀ ਰਾਏ ਇੱਕ ਹੋਏਗੀ ਸਰਕਾਰ ਬਾਰੇ। ਸਰਕਾਰ ਦੀਆਂ ਅੱਜ ਪੋਜੀਸ਼ਨ ਹੈ, ਇਹਦਾ ਨਤੀਜਾ ਕੀ ਨਿਕਲੇਗਾ? ਦੇਖੋ ਅੱਜ ਹਰ ਵਰਗ ਜਿਹੜਾ ਹੈ ਉਹ ਪਰੇਸ਼ਾਨ ਹੈ, ਸੜਕਾਂ ਤੇ ਆ ਰਿਹਾ। ਇਹ ਗੱਲ ਸਰਕਾਰ ਨੂੰ ਸਮਝਣ ਦੀ ਲੋੜ ਹੈ। ਲੋਕਾਂ ਨੂੰ ਕੋਈ ਸੜਕਾਂ ਤੇ ਆਉਣ ਦਾ ਸ਼ੌਂਕ ਨਹੀਂ ਹੈਗਾ। ਜੇ ਤੁਸੀਂ ਲੋਕਾਂ ਨਾਲ ਗੱਲਬਾਤ ਨਹੀਂ ਕਰੋਗੇ, ਉਹਨਾਂ ਨੂੰ ਸੈਟੀਸਫਾਈ ਨਹੀਂ ਕਰੋਗੇ, ਹੋ ਸਕਦਾ ਤੁਸੀਂ ਕੋਈ ਚੰਗੀ ਚੀਜ਼ ਲਿਆ ਰਹੇ ਹੋ, ਲੇਕਿਨ ਜਦੋਂ ਤੱਕ ਉਹਨੂੰ ਬਿਠਾ ਕੇ ਬਰਾਬਰ ਉਹਨਾਂ ਦੀ ਗੱਲ ਸੁਣ ਕੇ ਦੱਸਦੇ ਹੀ ਨਹੀਂ ਵੀ ਅਸੀਂ ਕੀ ਕਰਨ ਲੱਗੇ ਹਾਂ, ਤੇ ਲੋਕਾਂ ਨੂੰ ਜਦ ਤੱਕ ਕੌਨਫੀਡੈਂਸ ਨਹੀਂ ਲਓਗੇ, ਇੱਕ ਤੇ ਸਾਡੀ ਸਟੇਟ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਅਵਿਸ਼ਵਾਸ ਸੀਗਾ, ਉਹ ਅਵਿਸ਼ਵਾਸ ਹੋਰ ਵੱਧਦਾ ਜਾ ਰਿਹਾ ਹੈ, ਜਿਹਦੇ ਰਿਜ਼ਲਟ ਨਾਲ ਵਪਾਰ ਜਿਹੜਾ ਬਾਹਰੋਂ ਸਾਡੇ ਕੋਲ ਇੱਥੇ ਆਣਾ ਸੀ ਉਹ ਬਿਲਕੁਲ ਭੱਜਦਾ ਜਾ ਰਿਹਾ ਹੈ। ਜਿਸ ਬੰਦੇ ਕੋਲ ਇੱਥੇ ਪੈਸੇ ਸੀਗੀ ਉਹ ਇੱਥੇ ਪੈਸੇ ਲਾਉਣ ਦੀ ਬਜਾਏ ਉਹ ਵੀ ਬਾਹਰ ਭੱਜਦਾ ਜਾ ਰਿਹਾ ਹੈ। ਜਿਹੜਾ ਸਾਡਾ ਯੂਥ ਹੈ ਉਹ ਆਲਰੇਡੀ ਬਾਹਰ ਜਾ ਰਿਹਾ ਹੈ। ਅਲਟੀਮੇਟਲੀ ਪੰਜਾਬ ਵਿਲ ਬੀ ਲੈਫਟ ਵਿਦ ਓਨਲੀ ਗਰੀਬ, ਗੁਰਬਾ
ਔਰ ਗੁਰਬਤ ਦੇ ਨਾਲ ਨਾ ਤੁਸੀਂ ਉਹਨਾਂ ਤੋਂ ਕੋਈ ਕਮਾਈ ਕਰ ਸਕਦੇ ਹੋ। ਔਰ ਇਹਦੇ ਬਹੁਤ ਮਾੜੇ ਸਿੱਟੇ ਨਿਕਲਣ। ਦੇਖੋ ਸਾਡੇ ਟ੍ਰੇਡ ਨਾਲ 110-15 ਇੰਡਸਟਰੀਆਂ ਜੁੜੀਆਂ ਨੇ। 127 ਕਹਿੰਦੇ ਜੋ ਕੋਈ ਕੰਸਟਰਕਸ਼ਨ ਹੁੰਦੀ ਹੈ ਨਾ, ਹਾਂ 127 ਕਿਸਮ ਦੇ ਮੈਂ ਉਹੀ ਕਹਿੰਦਾ ਵੀ ਰਾਈਟ ਵੇ ਤਾਂ 110-15 ਦਾ ਰਾਈਟ ਵੇ ਜੁੜੀਆਂ ਨੇ। ਔਰ ਦੂਜਾ ਗੱਲ ਹੈ, ਆਪਾਂ ਸਾਡੀਆਂ ਜਿਹੜੀਆਂ ਇੱਥੇ ਫੈਕਟਰੀਆਂ ਮਾਲ ਬਣਾ ਰਹੀਆਂ ਨੇ, ਅਸੀਂ ਤਾਂ ਨਾ ਚਾਈਨਾ ਨੂੰ ਕੰਪੀਟ ਕਰਦੇ ਆ ਵੀ ਅਸੀਂ ਬਾਹਰ ਐਕਸਪੋਰਟ ਕਰ ਲਈਏ, ਕਰ ਨਹੀਂ ਸਕਦੇ। ਉਹ ਇਸ ਕਰਕੇ ਵਿਕਦਾ ਤਾਂ ਸਮਾਨ ਇੱਥੇ ਹੀ ਹੈ। ਤੁਸੀਂ ਅੱਜ ਤੁਹਾਨੂੰ ਜੀਐਸਟੀ ਕਲੈਕਸ਼ਨ ਤੁਹਾਡਾ ਵਧੇਗਾ, ਤੁਸੀਂ ਰਜਿਸਟਰੀਆਂ ਬੰਦ ਕਰਕੇ ਬੈਠ ਗਏ। ਤੁਸੀਂ ਅੱਜ ਮੰਨ ਲਓ ਤੁਸੀਂ ਐਨਓਸੀ ਦੀ ਗੱਲ ਕਰਦੇ ਹੋ, ਤੁਸੀਂ ਜਿਹਨੂੰ ਐਨਓਸੀ ਦੇਣ ਯੋਗ ਵੀ ਹੈ ਤੁਸੀਂ ਉਹਨੂੰ ਵੀ ਨਹੀਂ ਦੇ ਰਹੇ, ਉਹ ਪੈਸੇ ਦੇਣ ਨੂੰ ਤਿਆਰ ਹੈ ਤਾਂ ਵੀ ਨਹੀਂ ਦੇ ਰਹੇ, ਜਿਹਨੇ ਪੈਸੇ ਜਮ੍ਹਾਂ ਕਰਾਈ ਬੈਠਾ ਉਹਨੂੰ ਵੀ ਨਹੀਂ ਦੇ ਰਹੇ। ਮੁੱਕਦਾ ਸਿੱਟਾ ਇਹ ਹੈ, ਸਰਕਾਰ ਗੱਲ ਕਿਸੇ ਪਾਸੇ ਨਹੀਂ ਲਾਉਂਦੀ। ਦੋਸਤੋ ਗੱਲ ਇਹ ਹੈ, ਲਾਂਬਾ ਸਾਹਿਬ ਨੇ ਅੱਜ ਬਹੁਤ ਹੀ ਗੱਲਾਂ ਖੁੱਲ੍ਹ ਕੇ ਦੱਸੀਆਂ। ਸਰਕਾਰ ਆਪਣੇ ਹੀ ਮੁੱਦਿਆਂ ਤੇ ਅਲੱਗ-ਅਲੱਗ ਡਿਵਾਈਡ ਹੋਈ ਹੈ ਤੇ ਜਿਹਦਾ ਖਾਮਿਆਜ਼ਾ ਆਮ ਲੋਕ ਭੁਗਤ ਰਹੇ ਨੇ। ਜਦੋਂ ਕੋਈ ਘਰ ਬਣਦਾ ਹੈ, ਸੁਸ਼ਮਾ ਸਵਰਾਜ ਜੀ ਦਾ YouTube ਤੇ ਭਾਸ਼ਣ ਦੇਖਣਾ, ਉਹਨਾਂ ਨੇ ਕਿਹਾ ਸੀ ਜਦੋਂ ਕੰਮ ਨਹੀਂ ਨਾ ਹੁੰਦਾ ਤੇ ਕੰਸਟਰਕਸ਼ਨ ਸ਼ੁਰੂ ਹੋ ਜਾਂਦੀ ਸੀ। ਪੁਰਾਣੇ ਰਾਜੇ ਮਹਾਰਾਜਾ ਨੇ ਨਲਕੂਪ ਖੁਦਵਾਏ, ਕੂਏ ਖੁਦਵਾਏ। ਸਰਕਾਰ ਜੀ ਗੱਲ ਸੁਣੋ ਤੇ ਗੱਲ ਦਾ ਸਿੱਟਾ ਕੱਢੋ, ਕਿਉਂਕਿ ਆਮ ਬੰਦਾ ਪਰੇਸ਼ਾਨ ਹੈ। ਦੂਸਰੀ ਜੋ ਲਾਂਬਾ ਸਾਹਿਬ ਕਹਿਣਾ ਨਹੀਂ, ਹਜੇ ਤੱਕ ਉਹਨਾਂ ਨੇ ਨਹੀਂ ਕਿਹਾ, ਮੈਂ ਕਹਿ ਦਿੰਦਾ, ਕਲੋਨਾਈਜ਼ਰ, ਕੰਸਟਰਕਸ਼ਨ, ਬਿਲਡਰ ਇੱਕ ਵਪਾਰ ਹੈ। ਇਹਨਾਂ ਦੀ ਵਜ੍ਹਾ ਨਾਲ ਵਸੋਂ ਹੁੰਦੀ ਹੈ। ਇਹਨਾਂ ਦਾ ਇੱਕ ਬੜਾ ਵਧੀਆ ਪੁਆਇੰਟ ਸੀਗਾ ਕਿ ਚੰਡੀਗੜ੍ਹ ਵਰਗਾ ਪਲਾਂਟ ਸ਼ਹਿਰ ਵਸਾਇਆ ਗਿਆ, ਲੋਕੀ ਰਹਿਣ ਨੂੰ ਤਿਆਰ ਨਹੀਂ ਸੀ। ਜ਼ਬਰਦਸਤੀ ਪਲਾਟ ਕੱਟ ਕੇ ਸਰਕਾਰ ਨੇ ਉਸ ਟਾਈਮ ਤੇ ਲੋਕਾਂ ਨੂੰ ਵਸਾਇਆ। ਸੋ ਕਹਿਣ ਦਾ ਭਾਵ ਇਹ ਹੈ, ਸਰਕਾਰ ਭਾਵੇਂ ਬਦਲੀ ਹੈ, ਹਾਲਾਤ ਨਹੀਂ ਬਦਲੇ। ਉਮੀਦ ਹੈ ਸਰਕਾਰ ਤੱਕ ਸਾਡੀ ਇਹ ਗੱਲ ਪਹੁੰਚੇਗੀ, ਉਹ ਕੁਝ ਚੰਗਾ ਕਰਨਗੇ। ਲਾਂਬਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਕੋਲ ਇੰਨੀ ਦੂਰੋਂ ਸਫ਼ਰ ਕਰਕੇ ਵੀ ਆਏ, ਸਾਡੀ ਗੱਲ ਸੁਣੀ। ਬਹੁਤ ਬਹੁਤ ਧੰਨਵਾਦ ਹੈ ਜੀ। ਦੇਖੋ ਅੱਜ ਇਹ ਮੀਡੀਆ ਹੀ ਸਾਡੇ ਕੋਲ ਇੱਕ ਸਾਡੀ ਆਵਾਜ਼ ਰਹਿ ਗਈ ਹੈ, ਜਿਸ ਰਾਹੀਂ, ਕਿਉਂਕਿ ਦੇਖੋ ਅੱਜ ਦਾ ਜਿਹੜਾ ਟਾਈਮ ਹੈ ਉਹਦੇ ਵਿੱਚ ਨਾ ਵਪਾਰੀ ਇੱਕ ਗਾਲ ਹੋ ਗਿਆ। ਚਾਹੇ ਉਹ ਕੋਈ ਵੀ ਫੈਕਟਰੀ ਬਣਾ ਰਿਹਾ ਹੈ, ਚਾਹੇ ਕੋਈ ਕੰਸਟਰਕਸ਼ਨ ਕਰ ਰਿਹਾ ਹੈ, ਉਹ ਤਾਂ ਲੱਗਦਾ ਹੈ ਕਿ ਸਾਰਾ ਕੁਝ ਜੋ ਗਲਤ ਹੋ ਰਿਹਾ ਹੈ ਉਹ ਸਾਰਾ ਵਪਾਰੀ ਹੀ ਕਰ ਰਿਹਾ, ਜਦ ਕਿ ਕਿਸੇ ਵੀ ਸਟੇਟ ਦੀ ਇਕਨੋਮੀ ਨੂੰ ਵਪਾਰੀ ਹੀ ਅੱਗੇ ਲੈ ਕੇ ਚੱਲਦਾ ਹੈ। ਉਹੀ ਨੌਕਰੀਆਂ ਪੈਦਾ ਕਰਦਾ ਹੈ, ਉਹੀ ਸਭ ਕੁਝ ਦਿੰਦਾ ਹੈ। ਸਰਕਾਰ ਨੂੰ ਵਪਾਰੀ ਵਰਗ ਦੀ ਬਾਂਹ ਫੜਨ ਦੀ ਲੋੜ ਹੈ। ਔਰ ਇੱਥੇ ਮੈਂ ਦੱਸਾਂਗਾ ਸਰਕਾਰ ਨੂੰ